ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਜੋ ਸ਼ਾਮ ਦਾ ਸਮਾਂ ਸਤਸੰਗ ਘੜੀਆਂ ਪ੍ਰਾਪਤ ਹੋਈਆਂ ਨੇ, ਇਤਿਹਾਸ ਦੀ ਕਥਾ ਦਾ ਸਮਾਂ ਹੈ। ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਨੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਦੀ ਜੋ ਲੜੀਵਾਰ ਕਥਾ ਹੈ ਉਹ ਚੱਲ ਰਹੀ ਹੈ। ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਲੜੀ ਤਹਿਤ ਕੱਲ ਆਪਾਂ 22ਵੇਂ ਘਰ ਦਾ ਇਹ ਪ੍ਰਸੰਗ ਕਿ ਸਤਿਗੁਰੂ ਜੀ ਏਮਨਾਬਾਦ ਦੀ ਧਰਤੀ ਤੇ ਪਹੁੰਚੇ। ਉਦਾਸੀ ਸ਼ੁਰੂ ਹੋਈ ਜਿੱਥੇ ਭਾਈ ਲਾਲੋ ਦੇ ਘਰ ਪਹੁੰਚੇ ਹੈ ਔਰ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਕੇ ਭਾਈ ਲਾਲੋ ਨਿਹਾਲ ਹੋਇਆ। ਗੁਰੂ ਮਹਾਰਾਜ ਨੂੰ ਪ੍ਰਸ਼ਾਦਾ ਛਕਣ ਵਾਸਤੇ ਕਿਹਾ, ਮਹਾਰਾਜ ਘਰ ਚੌਂਕੇ ਵਿੱਚ ਬੈਠ ਕੇ ਆਓ, ਪ੍ਰਸ਼ਾਦਾ ਛਕ ਲਓ। ਮਹਾਰਾਜ ਜੀ ਕਹਿੰਦੇ ਭਾਈ ਇੱਥੇ ਹੀ ਲਿਆ। ਕਹਿੰਦਾ ਮਹਾਰਾਜ ਇੱਥੇ ਤੇ ਕੰਮ ਕਿੱਤਾ ਕਰਦੇ ਆ, ਇੱਥੇ ਹਰ ਕੋਈ ਆਉਂਦਾ ਹੈ, ਤੁਸੀਂ ਛਤਰੀ ਹੋ। ਮਹਾਰਾਜ ਜੀ ਕਹਿੰਦੇ ਭਾਈ ਜੋ ਵੀ ਜਿੱਥੇ ਕਿਰਤ ਕਰੀਏ ਉਹ ਧਰਤੀ ਪਰਮੇਸ਼ਰ ਦੀ ਪਵਿੱਤਰ ਹੀ ਹੈ। ਜਿੱਥੇ ਕੋਈ ਧਰਮ ਦੀ ਕਿਰਤ ਕਰਦਾ ਹੈ ਨਾ, ਉਹ ਪਵਿੱਤਰ ਧਰਤੀ ਹੁੰਦੀ ਹੈ। ਕੋਈ ਵੱਖਰਾ ਚੌਂਕਾ ਬਣਾ ਕੇ ਪਵਿੱਤਰ ਨਹੀਂ ਕੀਤਾ ਜਾ ਸਕਦਾ। ਜਿੱਥੇ ਪਾਪ ਹੁੰਦੇ ਨੇ, ਮਾੜੇ ਕਰਮ ਹੁੰਦੇ ਹੈ, ਉਹ ਅਪਵਿੱਤਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਇਆ। ਗੁਰੂ ਮਹਾਰਾਜ ਨੇ ਭਾਈ ਲਾਲੋ ਨੂੰ ਬ੍ਰਹਮ ਗਿਆਨ ਬਖਸ਼ਿਆ, ਗੁਰੂ ਕਾ ਸਿੱਖ ਬਣਿਆ ਹੈ। ਆਓ ਅਗਲਾ ਪ੍ਰਸੰਗ ਭਾਈ ਲਾਲੋ ਮਲਕ ਭਾਗੋ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਲਕ ਭਾਗੋ ਦੇ ਹੰਕਾਰ ਨੂੰ ਤੋੜਨਾ ਔਰ ਭਾਈ ਲਾਲੋ ਤੇ ਮਿਹਰਾਂ ਕਿਰਪਾ ਕਰਨੀਆਂ, ਉਹ ਪ੍ਰਸੰਗ ਆ ਰਿਹਾ ਹੈ। ਪਿਆਰ ਤੇ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ੍ਰੀ ਗੁਰ ਚਰਨ ਸਰੋਜ ਕੀ ਰਾਜ ਸ਼੍ਰਿੰਖਲ ਸਮ ਪਾਏ। ਸ੍ਰੀ ਗੁਰੂ ਮਹਾਰਾਜ ਦੀ ਜਿਹੜੀ ਭਾਈ ਚਰਨਾ ਕਮਲਾਂ ਦੀ, ਸ੍ਰੀ ਗੁਰ ਚਰਨ ਸਰੋਜ ਕੀ, ਸਰੋਜ ਨਾਮ ਕਮਲ ਦਾ, ਗੁਰੂ ਮਹਾਰਾਜ ਦੇ ਚਰਨਾ ਕਮਲਾਂ ਦੀ ਰਾਜ ਸ਼੍ਰਿੰਖਲ ਸਮ ਪਾਏ। ਜਿਹੜੀ ਚਰਨਾਂ ਦੀ ਧੂੜੀ ਹੈ, ਸ਼੍ਰਿੰਖਲ ਨਾਮ ਹੈ, ਰਾਜ ਧੂੜੀ ਨੂੰ ਕਹਿੰਦੇ ਆ, ਸ਼੍ਰਿੰਖਲ ਜੰਜੀਰਾਂ ਨੂੰ, ਸੰਗਲੀਆਂ ਨੂੰ ਕਹਿੰਦੇ ਨੇ। ਇਹ ਭਾਈ ਜੋ ਧੂੜੀ ਹੈ ਗੁਰੂ ਨਾਨਕ ਦੇ ਪਾਤਸ਼ਾਹ ਦੇ ਚਰਨਾਂ ਦੀ, ਸੰਤਰੇਣ ਕਵੀ ਪ੍ਰੇਮ ਸਿੰਘ ਜੀ ਕਹਿ ਰਹੇ ਹੈ ਸ਼੍ਰਿੰਖਲ ਸਮ ਪਾਏ। ਇਹ ਕਹਿੰਦੇ ਭਾਈ ਸੰਗਲੀ ਜੰਜੀਰ ਦੇ ਵਾਂਗੂ ਪਾ ਕਰਕੇ ਮਨ ਗਇੰਦ ਕੋ ਰੋਕ ਕਰ ਕਹੋ ਕਥਾ ਗਤ ਦਾਈ। ਇਹ ਮਨ ਰੂਪੀ ਹਾਥੀ ਨੂੰ ਰੋਕ ਕੇ ਅੱਗੇ ਭਾਈ ਮੁਕਤੀ ਦਾਤੇ ਦੇ ਜੀਵਨ ਦੀ ਕਥਾ ਕਹਿ ਰਹੇ ਹਾਂ। ਭਾਵ ਜਿਹੜਾ ਗੁਰਮੁਖੋ ਮਨ ਹੈ ਇਹ ਹਾਥੀ ਵਰਗਾ ਹੈ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨਾਂ ਦੀ ਧੂੜੀ ਇਸ ਮਨ ਰੂਪੀ ਹਾਥੀ ਨੂੰ ਸੰਗਲੀਵਤ ਰੋਕ ਦਿੰਦੀ ਹੈ। ਭਾਵ ਇਹਦੇ ਮਾੜੇ ਫੁਰਨੇ ਰੋਕ ਦਿੰਦੀ ਹੈ, ਪਵਿੱਤਰ ਕਰ ਦਿੰਦੀ ਹੈ। ਜੋ ਸਤਿਗੁਰਾਂ ਦੇ ਚਰਨਾਂ ਦੀ ਧੂੜ ਹੈ, ਇਉਂ ਮਨ ਨੂੰ ਜਿਹੜਾ ਹੰਕਾਰ ਵੱਲੋਂ ਰੋਕ ਕੇ ਗੁਰੂ ਪਾਤਸ਼ਾਹ ਮਹਾਰਾਜ ਦੀ ਅੱਗੇ ਕਥਾ ਸੰਤ ਰੇਣ ਜੀ ਕਹਿ ਰਹੇ ਹਨ। ਚੌਪਈ ਇਹ ਬਿਦ ਨਗਰ ਏਮ ਨਾ ਵਾਦੂ, ਇਸ ਤਰ੍ਹਾਂ ਨਗਰ ਏਮ ਨਾ ਵਾਦ ਰਹੇ ਹੇਤ ਲਾਲੋ ਇਹ ਲਾਦੂ। ਭਾਈ ਲਾਲੋ ਦੇ ਪ੍ਰੇਮ ਵਿੱਚ ਸਤਿਗੁਰੂ ਉੱਥੇ ਰਹੇ ਹਨ। 15 ਬਾਸਰ ਜਬ ਹੈ ਬਤੀਤੇ, ਜਦੋਂ 15 ਦਿਨ ਬਤੀਤ ਹੋਏ। ਸੇ ਵਹਿ ਚਰਨ ਕਮਲ ਔਰ ਪ੍ਰੀਤੇ, ਜੋ ਮਹਾਰਾਜ ਨੇ ਬਚਨ ਕੀਤਾ ਸੀ ਭਾਈ ਲਾਲੋ ਨਾਲ ਕਿ 1 ਮਹੀਨਾ ਤੇਰੇ ਕੋਲੇ ਰੁਕਾਂਗੇ। ਇਹ 25 ਦਿਨ ਰੁਕੇ ਸੀ। ਫਿਰ ਮਹਾਰਾਜ ਕਹਿੰਦੇ ਭਾਈ ਅਸੀਂ ਜਾਣਾ ਹੈ। ਕਹਿੰਦਾ ਮਹਾਰਾਜ ਤੁਸੀਂ 1 ਮਹੀਨਾ ਕਿਹਾ ਸੀ। ਮਹਾਰਾਜ ਕਹਿੰਦੇ ਕੋਈ ਨਹੀਂ, 5 ਦਿਨ ਵਾਪਸ ਆਉਂਦਿਆਂ ਰੁਕਾਂਗੇ। ਤੇ ਫਿਰ ਉਹ ਆ ਕੇ ਦੱਸਿਆ ਸੀ ਸਾਰਾ। ਸਤਿਗੁਰੂ ਪਾਤਸ਼ਾਹ ਨੂੰ ਜਦੋਂ 15 ਦਿਨ ਬਤੀਤ ਹੋਏ ਹਨ। ਸੇ ਵਹਿ ਚਰਨ ਕਮਲ ਔਰ ਪ੍ਰੀਤੇ, ਭਾਈ ਲਾਲੋ ਸਤਿਗੁਰਾਂ ਦੇ ਚਰਨਾਂ ਕਮਲਾਂ ਨੂੰ ਪ੍ਰੇਮ ਨਾਲ ਸੇਵਦਾ ਹੈ। ਕੋਤੋ ਪਠਾਨ ਤਾਹੇ ਕੋ ਰਾਜਾ, ਏਮਨਾਬਾਦ ਦਾ ਮੁਖੀ ਚੌਧਰੀ ਪਠਾਨ ਉਹ ਰਾਜਾ ਸੀ ਇੱਥੋਂ ਦਾ। ਨਿਕਟ ਸਭਾ ਜਹ ਦੁਸ਼ਟ ਸਮਾਜਾ, ਜਿਹਦੇ ਭਾਈ ਨੇੜੇ ਤੇੜੇ ਜਿਹੜੀ ਸਭਾ ਲੱਗਦੀ ਸੀ ਉਹ ਦੁਸ਼ਟਾਂ ਦਾ ਹੀ ਇਕੱਠ ਹੁੰਦਾ ਸੀ। ਭਾਵ ਜਿੰਨੇ ਉਹਦੇ ਮੰਤਰੀ ਸੰਤਰੀ ਜੇ ਸਨ ਉਹ ਦੁਸ਼ਟ ਸਨ। ਤੇਹੇ ਮੰਤਰੀ ਥੋ ਖੱਤਰੀ ਏਕੂ, ਤੇ ਉਹਨਾਂ ਮੰਤਰੀਆਂ ਦੇ ਵਿੱਚੋਂ ਇੱਕ ਮੰਤਰੀ ਸੀ ਜਿਹੜਾ ਜਾਤ ਦਾ ਖੱਤਰੀ ਸੀ। ਨਾਮ ਮਲਕ ਭਾਗੋ ਅਵਿਵੇਕੂ, ਜਿਹਦਾ ਨਾਂ ਮਲਕ ਭਾਗੋ ਹੈ। ਅਵਿਵੇਕੂ ਆ ਵਿਵੇਕ, ਵਿਵੇਕ ਕਹੀਏ ਗਿਆਨਵਾਨ, ਤੇ ਆ ਵਿਵੇਕ ਗਿਆਨ ਤੋਂ ਹੀਣਾ। ਇਸ ਤਰ੍ਹਾਂ ਦਾ ਉਹ ਭਾਈ ਜਿਹੜਾ ਸੀ ਗਿਆਨ ਤੋਂ ਹੀਣਾ, ਜਿਹਦਾ ਨਾਂ ਮਲਕ ਭਾਗੋ ਸੀ। ਉਤੋਂ ਪਾਸ ਤਹਿ ਕੇ ਬਹੁ ਦਰਬਾ, ਉਹਦੇ ਕੋਲੇ ਬਹੁਤ ਧਨ ਸੀ ਜੋ ਇਕੱਠਾ ਕੀਤਾ। ਕਰ ਕਲ ਮਲ ਸੋ ਕੋ ਸੰਚੋ ਸਰਬਾ, ਸੰਤ ਰੇਣ ਜੀ ਕਹਿੰਦੇ ਕਲ ਮਲ ਭਾਈ ਪਾਪ ਕਰਕੇ ਸਾਰਾ ਇਕੱਠਾ ਕੀਤਾ ਸੀ। ਕਰਨ ਸੋ ਜਸ ਆਪਣੋ ਨਰ ਮਾਹੀ, ਤੋ ਆਪਣੇ ਲੋਕਾਂ ਦੇ ਵਿੱਚ ਆਪਣਾ ਜਸ ਕਰਾਉਣ ਦੇ ਵਾਸਤੇ ਬ੍ਰਹਮ ਭੋਜ ਕੀਨੋ ਪੁਰ ਤਾਹੀ, ਉਹਨੇ ਏਮਨਾਬਾਦ ਨਗਰ ਵਿੱਚ ਬ੍ਰਹਮ ਭੋਜ ਕੀਤਾ। ਦਿਜ ਖੱਤਰੀ ਬਿਟ ਸੂਦਰ ਚਾਰੀ, ਬ੍ਰਾਹਮਣ ਖੱਤਰੀ ਤੇ ਬਿਟ ਦਾ ਭਾਵ ਹੈ ਵੈਸ਼, ਔਰ ਸ਼ੂਦਰ ਸਾਰੇ ਹੀ ਚਾਰੇ। ਸਭ ਕੋ ਦਇਓ ਅਮੰਤ ਪੁਕਾਰੀ, ਸਾਰਿਆਂ ਨੂੰ ਭਾਈ ਆਮੰਤਰਣ ਦਿੱਤਾ ਹੈ,
ਪਾਰ ਕੇ ਮੰਤ ਕਹੀਏ ਸੱਦਾ ਨਿਮੰਤਨ ਸਭ ਨੂੰ ਦਿੱਤਾ ਹੈ। ਜਿੱਤੇ ਫਕੀਰਨ ਕੇ ਅਸਥਾਨਾ, ਜਿੰਨੇ ਵੀ ਫਕੀਰਾਂ ਦੇ ਸਥਾਨ ਸਨ। ਪਾਠ ਨਰ ਸਭਨ ਅਸਨ ਬਰ ਜਾਨਾ, ਤੋ ਉਹਨਾਂ ਤੇ ਵੀ ਸਾਰਿਆਂ ਤੇ ਇੱਕ ਪ੍ਰਾਣੀ ਨੂੰ ਭੇਜਿਆ ਹੈ। ਭਾਈ ਆਓ ਭੋਜਨ ਛਕੋ, ਭੋਜਨ ਵਰਜਿਆ ਹੈ। ਦੋਹਰਾ ਤਹਿ ਖਤਰੀ ਕੋ ਦਿਜ ਨਗਰ, ਫਿਰਤ ਅਮੰਤੂ ਦੇਤ। ਉਹਨਾਂ ਸਮੇਂ ਵਿੱਚ ਸੱਦਾ ਦੇਣ ਲਈ ਬ੍ਰਾਹਮਣ ਨੂੰ ਭੇਜਦੇ ਹੁੰਦੇ ਸੀ। ਉਹ ਖੱਤਰੀ ਮਲਕ ਭਾਗੋ ਨੇ ਇੱਕ ਬ੍ਰਾਹਮਣ ਨੂੰ ਭੇਜਿਆ ਜਿਹੜਾ ਨਗਰ ਵਿੱਚ ਆਮੰਤਰਣ ਸੱਦੇ ਦਿੰਦਾ ਹੈ। ਜਾਵਤ ਥੇ ਉਦਿਆਨ ਕੋ ਤਬ ਬੇਦੀ ਕੁਲ ਕੇਤ। ਤਾਂ ਬੇਦੀ ਕੁਲ ਦੇ ਨਿਸ਼ਾਨ ਤੁਜਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਸ ਸਮੇਂ ਬਾਹਰ ਜੰਗਲ ਵੱਲ ਨੂੰ ਚੱਲੇ ਸਨ। ਚੌਪਈ ਵਿਪਰ ਬਿਲੋਕਤ ਬਚਨ ਅਲਾਏ। ਬ੍ਰਾਹਮਣ ਨੇ ਵੇਖ ਕੇ ਬਚਨ ਕਹੇ, ਕਿਤ ਕੋ ਨਾਨਕ ਤਪਾ ਸਿਧਾਏ। ਇਹ ਨਾਨਕ ਤਪਾ ਜੀ ਕਿੱਧਰ ਨੂੰ ਚੱਲੇ ਹੋ? ਅਹੈ ਅਮੰਤ ਨ ਕਰੋ ਆਹਾਰਾ। ਇਹ ਜਿਹੜਾ ਆਮੰਤਰਣ ਹੈ ਉਹ ਕਿਉਂ ਨਹੀਂ, ਤੁਸੀਂ ਕਿਉਂ ਨਹੀਂ ਆਏ? ਆਹਾਰ ਕਿਉਂ ਨਹੀਂ ਕਰਦੇ? ਸੁਣ ਕੇ ਸ੍ਰੀ ਮੁਖ ਬਚਨ ਉਚਾਰਾ। ਉਹ ਸੁਣ ਕੇ ਆਪਣੇ ਸੁਭਾਏਮਾਨ ਮੁਖ ਤੋਂ ਸਤਿਗੁਰਾਂ ਨੇ ਬਚਨ ਕਿਹਾ, ਕੈਸ ਅਮੰਤੂ ਵਿਪਰ ਤੁਮਾਰੇ। ਐ ਬ੍ਰਾਹਮਣ ਕਿਹੋ ਜਿਹਾ ਮੰਤਰਣ ਹੈ ਤੁਹਾਡਾ, ਦੱਸੋ ਸਾਰਾ। ਨਿਜ ਬਰਤਾਂਤ ਬਤਾਓ ਵਿਚਾਰੇ। ਕਿਉਂ ਭਾਈ ਵਿਚਾਰ ਕੇ ਸਾਰਾ ਜੋ ਬਰਤਾਂਤ ਹੈ ਉਹ ਦੱਸ ਕਿ ਕਿਸ ਤਰ੍ਹਾਂ ਦਾ ਤੂੰ, ਕਿਹਨੇ ਸੱਦਿਆ, ਕੌਣ ਹੈ? ਕਹਿ ਦਿਜ ਭਾਗੋ ਖੱਤਰੀ ਜੋ। ਬ੍ਰਾਹਮਣ ਕਹਿਣ ਲੱਗਿਆ, ਹੇ ਨਾਨਕ ਤਪਾ ਜੀ, ਜੋ ਮਲਕ ਭਾਗੋ ਖੱਤਰੀ ਹੈ, ਚਤਰ ਵਰਨ ਨਿਉਤੇ ਸਭ ਕੋ। ਉਹਨੇ ਸਾਰੇ ਚਾਰੇ ਵਰਨਾਂ ਨੂੰ ਨਿਉਤਾ ਦਿੱਤਾ ਹੈ। ਬ੍ਰਹਮ ਭੋਜ ਤਿਨ ਕੀਨ ਵਿਸਾਲਾ, ਜਿਹਨੇ ਬਹੁਤ ਵੱਡਾ ਬ੍ਰਹਮ ਭੋਜ ਕੀਤਾ ਹੈ। ਆਜ ਜਾਹੇ ਨਰ ਸਭ ਤਹਿ ਸਾਲਾ, ਅੱਜ ਸਾਰੇ ਲੋਕ ਉਹਦੇ ਘਰ ਜਾਣਗੇ। ਕਹਿਓ ਗੁਰੂ ਹਮ ਕਿਨ ਕੇ ਮਾਹੀ। ਗੁਰੂ ਮਹਾਰਾਜ ਕਹਿੰਦੇ, ਭਾਈ ਫਿਰ ਚਾਰੇ ਵਰਨਾਂ ਨੂੰ ਦਿੱਤਾ, ਅਸੀਂ ਕਿਹਨਾਂ ਚੋਂ? ਸਾਡਾ ਤੇ ਕੋਈ ਭਾਵ ਵਰਨ ਨਹੀਂ ਹੈ। ਹੈ ਦਰਵੇਸ਼ ਵਰਨ ਕੋ ਨਾਹੀ। ਅਸੀਂ ਤਾਂ ਭਾਈ ਦਰਵੇਸ਼ ਹਾਂ, ਸਾਡਾ ਕੋਈ ਵਰਨ ਨਹੀਂ ਹੈ। ਦੋਹਰਾ ਸੁਨ ਸਰੋਨਨ ਮਹਿ ਵਿਪਰ ਸੋ, ਬਿਗਸਿਓ ਬਚਨ ਅਲਾਏ। ਇਹ ਗੱਲ ਕੰਨੀ ਸੁਣ ਕੇ ਜਿਹੜਾ ਬ੍ਰਾਹਮਣ ਸੀ ਨਾ, ਹੱਸ ਕੇ ਇਸ ਤਰ੍ਹਾਂ ਬੋਲਿਆ, ਨਾਮ ਕੁਰਾਹੀ ਤੋਹੇ ਕੋ ਇਨ ਬਾਤਨ ਬਨ ਆਏ। ਕਹਿੰਦਾ ਆਹੀ ਗੱਲਾਂ ਕਰਕੇ ਤੁਹਾਨੂੰ ਦੁਨੀਆ ਕੁਰਾਈਆ ਕਹਿੰਦੀ ਹੈ। ਜਿਹੜਾ ਕਹਿੰਦੇ ਸਾਡਾ ਕੋਈ ਵਰਨ ਨਹੀਂ, ਨਾਮ ਕੁਰਾਹੀ, ਇਸੇ ਕਰਕੇ ਤੁਹਾਡਾ ਨਾਮ ਕੁਰਾਈਆ ਹੈ। ਇਨ ਬਾਤਨ ਬਨ, ਆਹੀ ਗੱਲਾਂ ਕਰਕੇ ਕੁਰਾਈਆ ਕਿਹਾ ਜਾਂਦਾ ਹੈ। ਚੌਪਈ ਛੋਰੀ ਲੋਕ ਰੀਤ ਜਗ ਮਾਹੀ। ਤੁਸੀਂ ਜਗਤ ਦੇ ਵਿੱਚ ਜਿਹੜੀਆਂ ਰੀਤਾਂ ਨੇ ਉਹ ਛੱਡ ਦਿੱਤੀਆਂ। ਭਇਓ ਨਾਮ ਇਉਂ ਤੋਹਿ ਕੁਰਾਹੀ, ਇਸੇ ਕਰਕੇ ਤੁਹਾਡਾ ਨਾਂ ਕੁਰਾਈਆ ਪੈ ਗਿਆ ਹੈ। ਬ੍ਰਹਮ ਭੋਜ ਮਹਿ ਜੇ ਨਹਿ ਆਵਹਿ, ਜੇ ਤੁਸੀਂ ਬ੍ਰਹਮ ਭੋਜ ਵਿੱਚ ਨਹੀਂ ਆਏ। ਮਾਲਕ ਕ੍ਰੋਧ ਹਿਰਦੇ ਉਪਜਾਵਹਿ, ਤਾਂ ਮਾਲਕ ਭਾਗੋ ਆਪਣੇ ਮਨ ਵਿੱਚ ਕ੍ਰੋਧ, ਹਿਰਦੇ ਵਿੱਚ ਕ੍ਰੋਧ ਪੈਦਾ ਕਰੇਗਾ। ਨਗਰ ਵਿਖੇ ਤੇ ਦੇ ਨਿਕਸਾਈ, ਨਗਰ ਵਿਖੇ ਤੇ ਦੇ ਨਿਕਸਾਈ, ਤੁਹਾਨੂੰ ਨਗਰ ਵਿੱਚੋਂ ਕਢਵਾ ਦੇਵੇਗਾ। ਤੁਮ ਜਾਨੋ ਮੈਂ ਕਹਿਓ ਸੁਨਾਈ, ਇਹ ਜਾਣ ਲਓ ਤੁਸੀਂ, ਮੈਂ ਤੁਹਾਨੂੰ ਸੁਣਾ ਕੇ ਕਹਿ ਦਿੱਤਾ ਹੈ। ਇਹ ਵਿਦ ਕਹਿ ਕਰ ਦਿਜ ਤਬ ਗਵਨ,
ਇਹ ਕਹਿ ਕੇ ਬ੍ਰਾਹਮਣ ਫਿਰ ਭਾਈ ਚਲਿਆ ਗਿਆ। ਤੂਸਰ ਕਰੀ ਖਿਮਾ ਕੇ ਭਵਨ। ਤੂਸਨ ਕੀ ਇਹ ਚੁੱਪ, ਖਿਮਾ ਦੇ ਭਵਨ, ਖਿਮਾ ਦੇ ਭਾਈ ਘਰ ਸਤਿਗੁਰਾਂ ਨੇ ਚੁੱਪ ਹੀ ਕੀਤੀ। ਬ੍ਰਹਮ ਭੋਜ ਤਿਨ ਅਦਕ ਬਨਾਵਾ। ਉਧਰ ਮਲਕ ਭਾਗੋ ਨੇ ਬਹੁਤ ਬ੍ਰਹਮ ਭੋਜ ਬਣਾਇਆ ਹੈ। ਊਚ ਨੀਚ ਸਭ ਸਦਨ ਬੁਲਾਵਾ। ਉੱਚਿਆਂ ਨੀਵਿਆਂ ਸਭ ਨੂੰ ਭਾਈ ਘਰ ਸੱਦਿਆ। ਕਰਿਓ ਜਾਏ ਕਰ ਖਾਨ ਆਹਾਰਾ। ਤੇ ਜਾ ਕੇ ਸਭ ਨੇ ਭੋਜਨ ਛਕਣਾ ਕੀਤਾ। ਅਨਕ ਭਾਂਤ ਕਰ ਜੋ ਸਵਾਰਾ। ਜਿਹੜੇ ਉਹਨੇ ਅਨੇਕਾਂ ਤਰ੍ਹਾਂ ਦੇ ਬਣਾ ਕੇ ਭੋਜਨ ਸਵਾਰੇ ਸਨ। ਦੋਹਰਾ ਤੇਹ ਗ੍ਰਹਿ ਨਹਿ ਸ੍ਰੀ ਗੁਰ ਗਏ। ਦਿਨ ਬਿਤਾਏ ਉਦਿਆਨ। ਗੁਰੂ ਮਹਾਰਾਜ ਮਲਕ ਭਾਗੋ ਦੇ ਘਰ ਨਹੀਂ ਗਏ। ਸਤਿਗੁਰਾਂ ਨੇ ਜੰਗਲ ਵਿੱਚ ਹੀ ਆਪਣਾ ਦਿਨ ਬਿਤਾਇਆ ਹੈ। ਲਾਲੋ ਆਲੈ ਰਾਜ ਤੇ ਸ੍ਰੀ ਗੁਰ ਮਇਆ ਨਿਧਾਨ। ਭਾਈ ਲਾਲੋ ਦੇ ਘਰ ਆ ਕਰਕੇ ਰਾਜ ਤੇ, ਆਲੈ ਰਾਜ ਤੇ ਭਾਵ ਬਰਾਜ ਗਏ ਸ੍ਰੀ ਗੁਰੂ ਨਾਨਕ ਦੇਵ ਮਇਆ ਕਿਰਪਾ ਦੇ ਖਜ਼ਾਨੇ। ਚੌਪਈ ਤਪਾ ਨ ਆਇਓ ਦਿਜ ਤੇ ਜਾਨੀ। ਸਭ ਦੁਨੀਆ ਆਈ ਹੈ ਪਰ ਬਾਹਮਣ ਨੇ ਜਾਣ ਲਿਆ ਉਹ ਤਪਾ ਨਹੀਂ ਆਇਆ ਨਾਨਕ। ਦੂਤੀ ਭਾਗੋ ਨਿਕਟ ਬਖਾਨੀ। ਦੂਤੀ ਕੀ ਚੁਗਲੀ ਮਲਕ ਭਾਗੋ ਕੋਲੇ ਕਹਿ ਦਿੱਤੀ। ਕਰਤ ਹੋਤੇ ਸੋ ਅਸੂਆ ਆਗੇ। ਕਰਤ ਹੋਤੇ ਸੋ ਅਸੂਆ ਆਗੇ। ਅਸੂਆ ਕਹਿੰਦੇ ਨੇ ਜਿਵੇਂ ਜਿਹੜਾ ਕਹੀਏ ਗੁੱਸਾ ਵਗੈਰਾ। ਇਸ ਤਰ੍ਹਾਂ ਕਰਤ ਹੋਤੇ ਸੋ ਅਸੂਆ ਆਗੇ। ਉਹ ਤਾਂ ਪਹਿਲਾਂ ਹੀ ਇਹੋ ਜਿਹਾ ਸੀ, ਗੁੱਸੇਦਾਰ, ਗੁੱਸਾ ਕਰਨ ਵਾਲਾ। ਜਾਂ ਤੇ ਦੁਸ਼ਟੀ ਸੋ ਅਨਰਾਗੇ। ਇਸ ਕਰਕੇ ਭਾਈ ਉਹਦਾ ਜਿਹੜਾ ਹੈ ਦੁਸ਼ਟਾਂ ਦੇ ਨਾਲ ਹੀ ਪ੍ਰੇਮ ਸੀ। ਦੇਖੋ ਮਲਕ ਨ ਤੁਮਰੇ ਆਇਓ। ਬ੍ਰਾਹਮਣ ਕਹਿੰਦਾ ਹੈ ਮਲਕ ਭਾਗੋ ਦੇਖੋ ਜਿਹੜਾ ਨਾਨਕ ਹੈ ਨਾ ਉਹ ਤੁਹਾਡੇ ਘਰ ਨਹੀਂ ਆਇਆ। ਖੱਤਰੀ ਨਾਨਕ ਤਪਾ ਕਹਾਇਓ। ਉਹ ਜਿਹੜਾ ਖੱਤਰੀ ਜਾਤ ਦਾ ਹੈ ਵਰਣਨ ਦਾ ਨਾਨਕ ਤਪਾ ਕਹਾਉਂਦਾ ਹੈ। ਤੁਮ ਤੇ ਅਦਕ ਆਪ ਕੋ ਜਾਨਾ। ਦੇਖ ਤੂੰ ਵੀ ਖੱਤਰੀ ਹੈ ਪਰ ਉਹਨੇ ਤੈਨੂੰ ਆਪਣੇ ਨਾਲੋਂ ਵੱਡਾ ਜਾਣਿਆ ਹੈ। ਅਚਿਓ ਆਹਾਰ ਨ ਤੁਮ ਘਰ ਆਨਾ। ਦੇਖ ਤੇਰੇ ਘਰ ਆ ਕੇ ਤੇਰਾ ਬ੍ਰਹਮ ਭੋਜ ਨਹੀਂ ਛਕਿਆ। ਆਖ ਤਰੈ ਨਹੀਂ ਆਨਤ ਕਾਹੂ। ਉਹ ਤਾਂ ਕਿਸੇ ਨੂੰ ਆਪਣੀ ਅੱਖਾਂ ਦੇ ਥੱਲੇ ਨਹੀਂ ਲਿਆਉਂਦਾ ਹੈ। ਆਨ ਆਖ ਤਰੈ ਨਹੀਂ, ਕਿਸੇ ਨੂੰ ਅੱਖ ਥੱਲੇ ਨਾ ਲਿਆਉਣਾ। ਆਨਤ ਕਾਹੂ ਕਿਸੇ ਨੂੰ ਵੀ। ਤਜੀ ਰੀਤ ਪੱਗ ਧਰਤ ਕੁਰਾਹੂ। ਉਹਨੇ ਸੰਸਾਰ ਦੀਆਂ ਰੀਤੀਆਂ ਧਰਤੀਆਂ। ਕੁਰਾਹੀ ਆਪਣੇ ਭਾਵ ਹੋਰ ਰਾਹ ਤੇ ਪੈਰ ਧਰਦਾ ਹੈ। ਸੂਦਰਨ ਕੇ ਘਰ ਭੋਜਨ ਕਰਹੀ। ਦੇਖ ਸੂਦਰਾਂ ਦੇ ਘਰ ਦਾ ਉਹ ਭੋਜਨ ਕਰਦਾ ਹੈ। ਆਵਾ ਇਹਾਂ ਨ ਉਰ ਮਹਿ ਡਰਹੀ। ਉਹ ਨਾਨਕ ਤਪਾ ਦੇਖ ਇੱਥੇ ਨਹੀਂ ਆਇਆ। ਮਨ ਵਿੱਚ ਉਹਨੇ ਕੋਈ ਡਰ ਨਹੀਂ ਮੰਨਿਆ, ਡਰਦਾ ਨਹੀਂ। ਦੋਹਰਾ ਸੁਨ ਭਾਗੋ ਪੁਨ ਬੂਝਹੀ। ਦਇਓ ਅਮੰਤ ਕੇ ਨਾਹੀ। ਸੁਣ ਕੇ ਮਲਕ ਭਾਗੋ ਪੁੱਛਦਾ ਹੈ ਬ੍ਰਾਹਮਣ ਉਹਨੂੰ ਭਾਈ ਦੱਸ ਆਮੰਤਰਣ ਦਿੱਤਾ, ਸੱਦਾ ਦਿੱਤਾ ਹੈ ਕਿ ਨਹੀਂ ਦਿੱਤਾ। ਕਹਿ ਦਿਨ ਕੀਨ ਤਗੀਦ ਮੈਂ ਬਹੁਤ ਬਾਰ ਬਚ ਪ੍ਰਾਹੀ। ਬ੍ਰਾਹਮਣ ਕਹਿਣ ਲੱਗਿਆ ਮੈਂ ਤੇ ਦਿਨੇ ਤਗੀਦ ਕੀ ਉਹਨੂੰ ਬਹੁਤ ਪੱਕਾ ਕਿਹਾ, ਬਹੁਤ ਬਾਰੀ ਇਸ ਤਰ੍ਹਾਂ ਬਚਨ ਕਹੇ, ਆਉਣ ਬਾਰੇ ਸੱਦਾ ਦਿੱਤਾ। ਚੌਪਈ ਸੁਨਤ ਮਲਕ ਮਨ ਕ੍ਰੋਧ ਹੈ ਆਇਓ। ਇਹ ਸੁਣ ਕੇ ਮਲਕ ਭਾਗੋ ਦੇ ਮਨ ਵਿੱਚ ਕ੍ਰੋਧ ਆਇਆ। ਮਨਹੁ ਸਿੰਘ ਪਰ ਮਸਕਰ ਸਾਇਓ। ਇਹ ਕ੍ਰੋਧ ਗੁਰਮੁਖੋ ਧੰਨ ਗੁਰੂ ਨਾਨਕ ਦੇਵ ਜੀ ਤੇ ਕਰਦਾ ਹੈ।
ਸੰਤ ਰਹਿਣ ਜੀ ਕਹਿੰਦੇ ਮਾਨੋ ਸ਼ੇਰ ਦੇ ਉੱਤੇ ਮੱਛਰ ਗੁੱਸਾ ਕਰ ਰਿਹਾ ਹੈ। ਜਾਬ ਉਹ ਦਿਜ ਤਹਿ ਆਨ ਬੁਲਾਈ, ਕਿਹਾ ਵੀ ਜਾਓ ਐ ਬ੍ਰਾਹਮਣ ਉਹਨੂੰ ਸੱਦ ਕੇ ਲਿਆਓ। ਦੇਖ ਲੇਹ ਤਿਸ ਕੀ ਵਡਿਆਈ, ਉਹਦੀ ਵੀ ਵਡਿਆਈ ਵੇਖ ਲੈਂਦੇ ਹਾਂ। ਕੇਤਕ ਜੋਰ ਐਂਠ ਸੋ ਕਰਹੀ, ਕਿ ਕਿੰਨਾ ਕੁ ਜ਼ੋਰ ਹੈ ਉਹ ਆਕੜ ਕੇ ਕਿੰਨਾ ਕੁ ਆਪਣਾ ਜ਼ੋਰ ਦਿਖਾਉਂਦਾ ਹੈ। ਆਵਾ ਖਾਨ ਨਉਰ ਮਹਿ ਡਰਹੀ, ਜੋ ਬ੍ਰਹਮ ਭੋਜ ਨਹੀਂ ਖਾਣ ਆਇਆ ਹਿਰਦੇ ਵਿੱਚ ਨਹੀਂ ਡਰਦਾ ਹੈ। ਸੁਨ ਦਿਜ ਹਰਖਤ ਤੂਰਨ ਗਵਨਾ, ਸੁਣ ਕੇ ਬ੍ਰਾਹਮਣ ਤੁਰੰਤ ਭਾਈ ਚੱਲਿਆ ਹੈ। ਹੁਤੋ ਜਹਾਂ ਲਾਲੋ ਕੋ ਭਵਨਾ, ਜਿੱਥੇ ਭਾਈ ਲਾਲੋ ਤਰਖਾਣ ਦਾ ਘਰ ਸੀ। ਦਰ ਠਾਡੋ ਉੱਚੋ ਬਚ ਪ੍ਰਾਹੀ, ਦਰਵਾਜੇ ਤੇ ਖੜ ਕੇ ਉੱਚੀ ਬੋਲ ਬੋਲਿਆ। ਨਾਨਕ ਤੁਮ ਕੋ ਮਲਕ ਬੁਲਾਹੀ, ਹੇ ਨਾਨਕ ਤਵਾ ਤੈਨੂੰ ਮਲਕ ਭਾਗੋ ਸੱਦਦਾ ਹੈ। ਬਿਗਸੇ ਸ੍ਰੀ ਪ੍ਰਭ ਸੁਨ ਬਚ ਐਸਾ। ਹੁਣ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਆਏ ਬੰਦੇ ਨਾਲ ਸਨ, ਕਿਹਾ ਹੇ ਨਾਨਕ ਤਪਾ ਚੱਲ, ਨਹੀਂ ਸਾਨੂੰ ਹੁਕਮ ਹੈ ਅਸੀਂ ਤੈਨੂੰ ਧੱਕੇ ਨਾਲ ਲੈ ਕੇ ਜਾਵਾਂਗੇ। ਤੇ ਮਹਾਰਾਜ ਕਹਿੰਦੇ ਅਸੀਂ ਤਾਂ ਚਾਹੁੰਦੇ ਸੀ ਚਲੋ ਕਿਉਂ ਉਹਦੇ ਪੜਦੇ ਅਜੇ, ਫਿਰ ਉਹ ਹਟਦਾ ਨਹੀਂ, ਚਲੋ ਦਿਖਾ ਦਿੰਦੇ ਆ। ਇੱਥੇ ਹੁਣ ਸੰਖੇਪ ਕਰਦਿਆਂ ਕਿਹਾ ਬਿਗਸੇ ਸ੍ਰੀ ਪ੍ਰਭ ਸੁਨ ਬਚ ਐਸਾ, ਇਹ ਐਸਾ ਬ੍ਰਾਹਮਣ ਦਾ ਬੋਲ ਬਚਨ ਸੁਣ ਕੇ ਸਤਿਗੁਰੂ ਖੁਸ਼ ਹੋਏ। ਚੱਲੇ ਸੰਗ ਜਹ ਭਾਗੋ ਬੈਸਾ, ਜਿੱਥੇ ਮਾਲਕ ਭਾਗੋ ਬੈਠਾ ਹੈ ਉਧਰ ਉਹਦੇ ਘਰ ਨੂੰ ਸਤਿਗੁਰੂ ਚੱਲੇ। ਪਹੁੰਚੇ ਭਾਗੋ ਬਚਨ ਲਾਇਓ, ਜਦੋਂ ਪਹੁੰਚ ਗਏ ਮਲਕ ਭਾਗੋ ਕਹਿੰਦਾ ਹੈ ਬ੍ਰਹਮ ਭੋਜ ਮਮ ਕਿਉਂ ਨਹਿ ਆਇਓ। ਹੇ ਨਾਨਕ ਤਵਾ ਮੇਰੇ ਬ੍ਰਹਮ ਭੋਜ ਵਿੱਚ ਤੂੰ ਕਿਉਂ ਨਹੀਂ ਆਇਆ। ਦਿਜ ਨੇ ਤੁਝਹਿ ਅਮਨ ਤੂ ਦੀਨੋ, ਇਸ ਬ੍ਰਾਹਮਣ ਨੇ ਤੈਨੂੰ ਮੰਤਰਣ ਦਿੱਤਾ। ਆਨ ਆਹਾਰ ਨ ਖਾਵਨ ਕੀਨੋ, ਤੂੰ ਆ ਕੇ ਭੋਜਨ ਨਹੀਂ ਛਕਿਆ ਹੈ। ਦੋਹਰਾ ਜਹਾਂ ਬਨੀ ਅਚਵੀ ਤਹੀਂ, ਲਾਲਚ ਅਚਵਨ ਨਾਹੀ। ਅਚਵੀ ਭਾਵ ਛਕਣਾ। ਮਹਾਰਾਜ ਕਹਿੰਦੇ ਮਲਕ ਭਾਗੋ ਅਸੀਂ ਫਕੀਰ ਹਾਂ। ਜਹਾਂ ਬਨੀ ਅਚਵੀ ਤਹੀਂ, ਜਿੱਥੇ ਬਣਿਆ ਅਸੀਂ ਹੁੰਨੇ ਆ, ਜੋ ਬਣਿਆ ਉਹ ਛਕ ਲੈਨੇ ਆ। ਲਾਲਚ ਅਚਵਨ ਨਾਹੀ, ਸਾਨੂੰ ਆ ਤਰ੍ਹਾਂ ਤਰ੍ਹਾਂ ਦੇ ਖਾਣੇ ਜੇ ਖਾਣ ਦਾ ਕੋਈ, ਤੇਰੇ ਵਰਗਿਆਂ ਦਾ ਭੋਜਨ ਛਕਣ ਦਾ ਕੋਈ ਲਾਲਚ ਨਹੀਂ। ਜੈਸੇ ਦੇਵੈ ਆਨ ਕੋ ਔਰ ਕਰ ਹਰਖ ਸੁਖਾਹੀ, ਜਿਸ ਤਰ੍ਹਾਂ ਦਾ ਕਰਤਾਰ ਸਾਨੂੰ ਲਿਆ ਕੇ ਦੇ ਦਿੰਦਾ ਹੈ ਨਾ, ਮਿਲ ਜਾਂਦਾ ਹੈ, ਅਸੀਂ ਆਪਣੇ ਹਿਰਦੇ ਮਨ ਵਿੱਚ ਖੁਸ਼ੀ ਕਰਕੇ ਛਕ ਲੈਂਦੇ ਹਾਂ। ਚੌਪਈ ਸੁਣ ਕਰ ਮਲਕ ਕਹਿ ਰਿਸ ਬੈਨਾ, ਸੁਣ ਕੇ ਮਲਕ ਭਾਗੋ ਗੁੱਸੇ ਵਿੱਚ ਬੋਲਦਾ ਹੈ। ਭਾਵ ਵਿਪਰੀਤ ਹਿਰਦੈ ਤੁਝ ਭੈ ਨਾ, ਕਹਿੰਦੇ ਵਿਪਰੀਤ ਭਾਵ ਖੋਟੇ ਰਸਤੇ, ਵਿਪਰੀਤ ਉਲਟ ਹੋਇਆ ਪਿਆ, ਉਲਟ ਗੱਲਾਂ ਕਰਦਾ ਹੈ, ਤੇਰੇ ਹਿਰਦੇ ਮਨ ਵਿੱਚ ਕੋਈ ਡਰ ਨਹੀਂ। ਸੁਣੀ ਹਮੈ ਖੱਤਰੀ ਤਵ ਜਾਤਾ, ਮੈਂ ਸੁਣਿਆ ਹੈ ਨਾਨਕ ਤਪਾ ਤੇਰੀ ਜਾਤ ਖੱਤਰੀ ਹੈ। ਸ਼ੂਦਰਨ ਸਦਨ ਅਸਨ ਨਿਤ ਖਾਤਾ, ਤੇ ਤੂੰ ਸ਼ੂਦਰ ਦੇ ਘਰ ਦਾ ਰੋਜ਼ ਭੋਜਨ ਛਕਦਾ ਹੈ। ਤਪਾ ਰਖਾਇਓ ਨਾਮ ਸੋ ਤੋਹੀ, ਫਿਰ ਆਪਣਾ ਨਾਮ ਤੂੰ ਤਪਾ ਰਖਾਇਆ ਹੋਇਆ ਹੈ। ਦੇਖ ਤਹੀ ਰਸ ਆਵਤ ਮੋਹੀ, ਇਹ ਵੇਖ ਕੇ ਮੈਨੂੰ ਤਾਂ ਗੁੱਸਾ ਆਉਂਦਾ ਹੈ। ਦਿਜ ਖੱਤਰੀ ਬੈਸਨ ਸਭ ਖਾਇਓ, ਆ ਦੇਖ ਬ੍ਰਾਹਮਣ ਖੱਤਰੀਆਂ ਵੈਸ਼ਾਂ ਨੇ ਸਭ ਨੇ ਛਕਿਆ ਹੈ। ਸੋ ਨਹਿ ਇਹ ਕੇ ਹਿਰਦੇ ਭਾਇਓ, ਉਹ ਦੇਖੋ ਕਹਿੰਦੇ ਇਹਦੇ ਹਿਰਦੇ ਨੂੰ ਚੰਗਾ ਨਹੀਂ ਲੱਗਿਆ, ਇੰਨੇ ਸੋਹਣੇ ਭੋਜਨ ਸੀ। ਦੋਹਰਾ ਸੁਨ ਸਰੋਨਨ ਸ੍ਰੀ ਗੁਰ ਭਨੈ, ਆਨੋ ਅਬੈ ਆਹਾਰ। ਇਹ ਗੱਲ ਸੁਣ ਕੇ ਕੰਨੀ ਸਤਿਗੁਰੂ ਪਾਤਸ਼ਾਹ ਨੇ ਬਚਨ ਕਿਹਾ ਵੀ ਲਿਆਓ ਹੁਣੇ
ਜਿਹੜਾ ਤੁਹਾਡਾ ਭੋਜਨ ਹੈ। ਬ੍ਰਹਮ ਭੋਜ ਮਹਿ ਜੋ ਕਰਿਓ, ਰਹਿ ਨ ਚਾਹੇ ਤੁਮਾਰ। ਜਿਹੜਾ ਤੈਂ ਬ੍ਰਹਮ ਭੋਜ ਵਿੱਚ ਤਿਆਰ ਕੀਤਾ, ਜਾਂ ਲਿਆ ਤੇਰੇ ਮਨ ਦੀ ਕੋਈ ਚਾਹਨਾ ਨਾ ਰਹਿ ਜਾਵੇ। ਚੌਪਈ ਤਹਿ ਸੋ ਕਹਿ ਲਾਲੋ ਸੋ ਭਾਖਾ। ਮਾਲਕ ਭਾਗੋ ਨੂੰ ਕਹਿ ਕੇ ਫਿਰ ਮਹਾਰਾਜ ਨੇ ਭਾਈ ਲਾਲੋ ਨੂੰ ਕਿਹਾ, ਆਨੋ ਅਸਨ ਹੋਏ ਕੱਛ ਰਾਖਾ। ਵੀ ਜਾ ਤੂੰ ਵੀ ਭੋਜਨ ਲੈ ਕੇ ਅਜੇ ਘਰ ਵਿੱਚ ਕੁਝ ਰੱਖਿਆ ਹੋਵੇ। ਲਾਲੋ ਘਰ ਨਿਜ ਆਵਾ ਦੌਰਾ। ਤੇ ਭਾਈ ਲਾਲੋ ਆਪਣੇ ਘਰ ਨੂੰ ਭੱਜਿਆ ਆਇਆ। ਲੀਨ ਕੋਦਰੇ ਕੋ ਤੁਕ ਥੋਰਾ। ਕੋਦਰੇ ਦਾ ਥੋੜਾ ਜਿਹਾ ਟੁਕੜਾ ਲੈ ਲਿਆ। ਕੋਦਰਾ ਆਮ ਬਾਜਰੇ ਨੂੰ ਕਹਿੰਦੇ, ਲੇਕਿਨ ਉਹ ਬਾਜਰੇ ਵਰਗਾ ਹੁੰਦਾ ਹੈ। ਕੋਦਰੇ ਦਾ ਤੇ ਬਾਜਰੇ ਦਾ ਥੋੜਾ ਜਿਹਾ ਵੈਸੇ ਫਰਕ ਹੈ। ਤੇ ਇਹ ਲਾਲ ਜੇ ਰੰਗ ਦਾ ਹੁੰਦਾ ਕੋਦਰਾ। ਆਮ ਬਾਜਰੇ ਨੂੰ ਵੀ ਕੋਦਰਾ ਕਹਿ ਦਿੰਦੇ ਆ। ਬਾਜਰੇ ਦੇ ਵੀ ਪ੍ਰਸ਼ਾਦੇ, ਕਿਉਂਕਿ ਇਹ ਚੋਂ ਬਾਜਰੇ ਦੇ ਰੋਟੀ ਤੇ ਸਰੋਂ ਦਾ ਸਾਗ ਜਦੋਂ ਮਹਾਰਾਜ ਪਹਿਲੇ ਦਿਨ ਆਏ, ਭਾਈ ਲਾਲੂ ਨੇ ਹੀ ਛਕਾਇਆ ਸੀ। ਤੋ ਇਸ ਕਰਕੇ ਕੋਦਰੇ ਦੇ ਅਰਥ ਮੁੱਖ ਰੂਪ ਵਿੱਚ ਬਾਜਰਾ ਹੀ ਹੈ, ਪਰ ਜੇ ਹੁਣ ਉਹ ਬਹੁਤਾ ਬਰੀਕੀ ਜਾਈ ਉਹਦਾ ਥੋੜਾ ਜਿਹਾ ਹੁਣ ਫਰਕ ਵੀ ਹੈਗਾ। ਤੋ ਕੋਦਰੇ ਇੱਥੇ ਬਾਜਰਾ ਹੀ ਅਰਥ ਕਰਨੇ ਹਨ। ਕਿਉਂ? ਬਾਜਰੇ ਦਾ ਥੋੜਾ ਜਿਹਾ ਟੁਕੜਾ ਲਿਆ ਹੈ। ਮਲਕ ਅਸਨ ਸਨੇਗਦ ਮਗਵਾਵਾ। ਤੇ ਮਲਕ ਭਾਗੋ ਨੇ ਇਧਰੋਂ ਪੂਰਾ ਧੰਧਿਆਈ ਵਾਲਾ ਸਨੇਗਦ ਘਿਓ ਨਾਲ ਠੰਡਾ ਹੋਇਆ, ਜਿੰਨਾ ਭਾਵ ਹਰੇਕ ਭੋਜਨ ਵਿੱਚ ਘਿਓ ਦੇਸੀ ਪਾਇਆ ਜਾਣਾ, ਉਹਨੂੰ ਸਨੇਗਦ ਭੋਜਨ ਕਹਿੰਦੇ ਆ, ਉਹ ਮੰਗਵਾਇਆ ਹੈ। ਬ੍ਰਹਮ ਭੋਜ ਮੈਂ ਜੋ ਕਰਵਾਵਾ। ਜਿਹੜਾ ਕੋਈ ਬ੍ਰਹਮ ਭੋਜ ਵਿੱਚ ਤਿਆਰ ਕਰਵਾਇਆ ਸੀ। ਭੂਪ ਪੂਰ ਕਾ ਬਹੁਰ ਤਿਹਾਵਨ। ਫਿਰ ਪੂੜੀਆਂ ਨੇ, ਪੂਰਕਾ, ਪੂਪ ਨਾਮ ਪੂੜੇ, ਪੂਰਕਾ ਕਹਿੰਦੇ ਆ ਪੂੜੀਆਂ ਨੂੰ, ਬਹੁਰ ਤਿਹਾਵਲ। ਫਿਰ ਭਾਈ ਪ੍ਰਸ਼ਾਦ ਹੈ, ਜਿਹਨੂੰ ਕੜਾਹ ਪ੍ਰਸ਼ਾਦ ਕਹਿੰਦੇ ਆ, ਤਿਹਾਵਲ। ਵਿਵਿਧ ਆਹਾਰ ਮੰਗਾਏ ਉਤਾਵਲ। ਬਹੁਤ ਤਰ੍ਹਾਂ ਦੇ ਹੈ, ਬੜੇ ਛੇਤੀ ਉਸਨੇ ਸਾਰੇ ਭੋਜਨ ਮੰਗਾ ਲਏ ਹਨ। ਖਾਹੋ ਚਾਹੇ ਸੋ ਇਉਂ ਮੁਖ ਭਾਖੇ। ਕਹਿਣ ਲੱਗਿਆ ਮਲਕ ਭਾਗੋ ਵੀ ਚਾਹਨਾ ਨਾ, ਜੋ ਚਾਹੁੰਦੇ ਹੋ ਲਾਓ, ਹਾਂ ਛਕ ਲਓ, ਜਿੰਨੇ ਵੀ ਜੋ ਮਨ ਦੇ ਵਿੱਚ ਹੈ ਤੁਹਾਡੇ, ਜੋ ਖਾਹੋ ਚਾਹੇ, ਜੋ ਖਾਣਾ ਚਾਹੁੰਦੇ ਹੋ ਖਾ ਲਓ। ਆਗੇ ਸ੍ਰੀ ਨਾਨਕ ਕੇ ਰਾਖੇ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਅੱਗੇ ਰੱਖ ਦਿੱਤੇ। ਲਾਲੋ ਕੀ ਦਿਸ ਦੇਖ ਦਿਆਲਾ। ਭਾਈ ਲਾਲੋ ਵੱਲ ਵੇਖ ਕੇ ਸਤਿਗੁਰੂ ਦਿਆਲੂ ਸਤਿਗੁਰਾਂ ਨੇ ਲੀਨ ਕੋਦਰੇ ਟੁਕ ਤਤਕਾਲਾ। ਤੁਰੰਤ ਕੋਦਰੇ ਦੇ ਪ੍ਰਸ਼ਾਦੇ ਦਾ ਟੁਕੜਾ ਲੈ ਲਿਆ ਹੈ ਦੋਹਰਾ। ਬਾਵੇ ਕਰ ਮਹਿ ਪੂਪ ਲੈ, ਦਾਹਿਨ ਟੁਕੜਾ ਧਾਰ। ਦਾਇਆ ਬਾਇਆ ਇਸ ਤਰ੍ਹਾਂ ਸ਼ਬਦ ਬੋਲਦੇ ਆ। ਬਾਵੇਂ ਭਾਵ ਖੱਬਾ ਹੱਥ। ਖੱਬੇ ਹੱਥ ਦੇ ਵਿੱਚ ਮਹਾਰਾਜ ਨੇ ਉਹਦੇ ਪੂੜੀਆਂ ਲੈ ਲਈਆਂ, ਪੂੜੇ ਲੈ ਲਏ। ਦਾਹਿਨ ਟੁਕੜਾ ਧਾਰ, ਜਿਹੜਾ ਸੱਜਾ ਹੱਥ ਹੈ, ਸੱਜੇ ਹੱਥ ਵਿੱਚ ਮਹਾਰਾਜ ਨੇ ਕੋਦਰੇ ਦਾ ਭਾਈ ਲਾਲੋ ਵਾਲਾ ਟੁਕੜਾ ਲਿਆ ਹੈ। ਹਾਥ ਚ ਭੀੜੇ ਜੁਗਲ ਜਬ, ਹੇਰਤ ਲੋਕ ਅਪਾਰ। ਜਦੋਂ ਹੱਥ ਘੁੱਟੇ ਮਹਾਰਾਜ ਨੇ ਦੋਵੇਂ, ਤਾਂ ਸਾਰੇ ਲੋਕ ਵੇਖਦੇ ਹੈਰਾਨ ਹੋਏ। ਚੌਪਈ ਦੋਹ ਹੱਥਨ ਤੇ ਨਿਕਸੀ ਧਾਰਾ। ਦੋਹਾਂ ਹੱਥਾਂ ਵਿੱਚੋਂ ਧਾਰ ਨਿਕਲੀ ਹੈ। ਬਹੁ ਲੋਗਨ ਕੀ ਸਭਾ ਮਝਾਰਾ। ਬਹੁਤ ਲੋਕਾਂ ਦੀ ਸਭਾ ਇਕੱਠ ਸੀ ਉਹਦੇ ਵਿੱਚ। ਇੱਕ ਤੇ ਦੁਗਧ ਰਕਤ ਇੱਕ ਨਿਸਰੀ। ਇੱਕ ਜਿਹੜਾ ਹੈ ਸੱਜੇ ਹੱਥ ਵਿੱਚ ਕੋਦਰੇ ਦਾ ਟੁਕੜਾ, ਦੇ ਵਿੱਚੋਂ ਦੁੱਧ ਦੀ ਧਾਰ, ਤੇ ਇੱਕ ਵਿੱਚੋਂ ਰਕਤ ਖੂਨ ਦੀ, ਮਲਕ ਭਾਗੋ ਦੇ ਪੂੜੇ ਵਿੱਚੋਂ ਖੱਬੇ ਹੱਥ ਵਿੱਚੋਂ ਖੂਨ ਦੀ ਧਾਰ ਨਿਕਲੀ ਹੈ। ਗੰਗ ਸੁਰਸਤੀ ਮਾਨੋ ਪਿਸਰੀ। ਇਹ ਮਾਨੋ ਵੀ ਜਿਵੇਂ ਗੰਗਾ,
ਕਿਉਂਕਿ ਜਿਹੜਾ ਗੰਗਾ ਹੈ ਉਹ ਚਿੱਟੇ ਰੰਗ ਦੀ ਹੈ, ਸਰਸਤੀ ਦਾ ਪਾਣੀ ਲਾਲ ਰੰਗ ਦਾ ਹੈ। ਕਹਿੰਦੇ ਇਹ ਜਾਣੋ ਭਾਈ ਪਿਸਰੀ ਇਹ ਫੈਲੀ ਹੈ, ਇੱਕ ਹੱਥ ਵਿੱਚ ਗੰਗਾ ਹੈ, ਦੂਜੇ ਹੱਥ ਵਿੱਚ ਸਰਸਤੀ ਹੈ, ਉਹ ਫੈਲੀ ਹੈ। ਇੱਕ ਦਿਸ ਦੂਧ ਪਰਤ ਧਰ ਮਾਹੀ, ਇੱਕ ਪਾਸਿਓਂ ਤਾਂ ਦੁੱਧ ਦੀ ਧਾਰ ਧਰਤੀ ਤੇ ਪੈਂਦੀ ਹੈ। ਇੱਕ ਦਿਸ ਸਰੋਣਤ ਨਿਕਸਤ ਜਾਹੀ, ਇੱਕ ਹੱਥ ਵਿੱਚੋਂ ਖੂਨ ਜਿਹੜਾ ਨਿਕਲਦਾ ਜਾਂਦਾ ਹੈ। ਹੱਥ ਚ ਭੀੜਤ ਸ੍ਰੀ ਗੁਰ ਜਿਉਂ ਜਿਉਂ, ਜਿਵੇਂ ਜਿਵੇਂ ਗੁਰੂ ਨਾਨਕ ਦੇਵ ਜੀ ਹੱਥ ਘੁੱਟਦੇ ਹਨ। ਨਿਕਸਤ ਤਿੰਨ ਤੇ ਅਧਿਕੈ ਤਿਉ ਤਿਉ, ਤਿਉਂ ਤਿਉਂ ਭਾਈ ਉਹਨਾਂ ਵਿੱਚੋਂ ਬਹੁਤਾ ਇਸੇ ਤਰ੍ਹਾਂ ਇੱਕ ਪਾਸਿਓਂ ਦੁੱਧ ਤੇ ਦੂਜੇ ਹੱਥੋਂ ਖੂਨ ਨਿਕਲ ਰਿਹਾ ਹੈ। ਚੱਕਰਤ ਭਏ ਸਭਾ ਨਰ ਸਾਰੇ, ਸਾਰੇ ਸਭਾ ਇਕੱਠ ਵਿੱਚ ਲੋਕ ਹੈਰਾਨ ਹੋ ਗਏ। ਇਹੋ ਅਚਰਜ ਕਬ ਨਾਹਿ ਨਿਹਾਰੇ, ਕਹਿੰਦੇ ਇਹ ਜਿਹਾ ਅਚਰਜ ਕੌਤਕ ਤਾਂ ਕਦੇ ਨਹੀਂ ਵੇਖਿਆ ਹੈ। ਸ੍ਰੀ ਗੁਰ ਧਰਮ ਮੂਲ ਸੋ ਸਾਨੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਭਾਈ ਧਰਮ ਦੇ ਮੂਲ ਹਨ, ਸਾਨੀ ਜੋ ਬ੍ਰਹਮ ਰੂਪ ਵਿੱਚ ਸਾਰਿਆਂ 'ਚ ਹੀ ਮਿਲੇ ਹਨ। ਬੋਲੇ ਪਰਮ ਮਨੋਹਰ ਬਾਣੀ, ਬਹੁਤ ਹੀ ਮਨੋਹਰ ਮਿੱਠੇ ਬੋਲ ਸਤਿਗੁਰਾਂ ਬੋਲੇ ਹਨ। ਦੋਹਰਾ ਸੁਧ ਜਿਨ ਕੈ ਹਿਰਦੈ ਵਿਖੈ, ਕਿਉ ਸਰੋਣਤ ਸੋ ਕਿਉ ਸਰੋਣਤ ਪੀਐ। ਮਾਲਕ ਭਾਗੋ ਤੂੰ ਕਹਿੰਦਾ ਸੀ ਇਹ ਨਹੀਂ ਛਕੇ ਮੇਰੇ ਵਾਲੇ ਮਾਲ ਪੂੜੇ। ਜਿਹਨੂੰ ਭਾਈ ਜੀ ਦੇ ਹਿਰਦੇ ਵਿੱਚ ਜਿਹਨੂੰ ਕੋਈ ਸੋਝੀ ਹੈ, ਗਿਆਨ ਹੈ, ਉਹ ਭਲਾ ਖੂਨ ਕਿਉਂ ਪੀਵੇਗਾ। ਪੁੰਨਹੀਨ ਨਿਜ ਕੋ ਕਰੇ, ਸਮਝ ਦੇਖ ਜਹ ਜੀਐ। ਇਹ ਫਿਰ ਉਹ ਕਿਉਂ ਭਲਾ ਆਪਣੇ ਆਪ ਨੂੰ ਪੁੰਨਾਂ ਤੋਂ ਹੀਣਾ ਕਰ ਲਵੇ। ਗੁਰਮੁਖੋ ਪਾਪ ਦੀ ਕਮਾਈ ਦਾ ਛਕਾਂਗੇ, ਕਿਸੇ ਵੀ ਛਕ ਲੋ, ਜਿੰਨੇ ਪੁੰਨ ਹੈ ਉਹ ਘਟਦੇ ਨੇ। ਭਲਾ ਮਹਾਰਾਜ ਕਹਿੰਦੇ ਤੇਰੇ ਵਰਗਿਆਂ ਦਾ ਇਹ ਭੋਜਨ ਛਕ ਕੇ ਕਿਹੜਾ ਕੋਈ ਪ੍ਰਾਣੀ ਹੈ ਜਿਹੜਾ ਗਿਆਨਵਾਨ ਹੋਊ ਆਪਣੇ ਪੁੰਨਾਂ ਨੂੰ ਹੀਣ ਕਰੇਗਾ। ਸਮਝ ਦੇਖ ਜੈ ਜੀਐ। ਮਲਕ ਭਾਗੋ ਆਪਣੇ ਮਨ ਵਿੱਚ ਸਮਝ ਲੈ, ਵੇਖ ਲੈ, ਜਾਂ ਸਮਝ ਦੇਖ ਕੇ ਚੌਪਈ ਅਸਨ ਬਿਲੋਕੋ ਸੂਦਰ ਧੰਮ। ਆ ਜਿਹੜਾ ਤੂੰ ਕਹਿੰਦਾ ਸੂਦਰ ਦੇ ਘਰ ਦਾ ਛਕਦੇ ਐ, ਮਹਾਰਾਜ ਕਹਿੰਦਾ ਵੇਖ ਲੈ ਸੂਦਰ ਦੇ ਘਰ ਦਾ ਜਿਹੜਾ ਭੋਜਨ ਹੈ। ਨਿਕਸਤ ਪੈ ਜਹ ਤੇ ਅਬਿਰਮ, ਪੈ ਦਾ ਅਰਥ ਹੈ ਇੱਥੇ ਭਾਈ ਦੁੱਧ, ਫਾਰਸੀ ਦਾ ਸ਼ਬਦ ਹੈ ਪੈ। ਦੁੱਧ ਕਹਿੰਦੇ ਜਿਹਦੇ ਵਿੱਚੋਂ ਸੋਹਣਾ ਸੁੰਦਰ ਦੁੱਧ ਨਿਕਲ ਰਿਹਾ ਹੈ। ਕਰ ਮਿਹਨਤ ਸੋ ਸਤ ਕਮਾਈ, ਇਹ ਕਹਿੰਦੇ ਮਿਹਨਤ ਦੇ ਨਾਲ ਸੱਚ ਦੀ ਕਮਾਈ ਹੈ। ਦੇਹ ਅਤਿਥ ਕੋ ਪਿੱਛੇ ਖਾਹੀ, ਜਿਹੜਾ ਕਿ ਭਾਈ ਧਰਮ ਦੀ ਕਮਾਈ ਕਰਕੇ ਫਿਰ ਅਤਿਥੀ ਨੂੰ, ਕਿਸੇ ਗੁਰਮੁਖ ਨੂੰ ਜਾਂ ਗੁਰੂ ਨਿਮਿਤ ਕੱਢ ਕੇ ਫੇਰ ਭਾਈ ਪਿੱਛੋਂ ਛਕਦਾ ਹੈ। ਇਸ ਅਚਵੇ ਔਰ ਨਿਰਮਲ ਹੋਵੇ, ਇਹੋ ਜਿਹਾ ਭੋਜਨ ਛਕਣ ਨਾਲ ਮਲਕ ਭਾਗੋ ਹਿਰਦਾ ਪਵਿੱਤਰ ਹੁੰਦਾ ਹੈ। ਜਨਮ ਜਨਮ ਕੇ ਕਲ ਮਲ ਸਭ ਖੋਵੇ, ਜਨਮਾਂ ਜਨਮਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ। ਕਰ ਤੈਂ ਇਕੱਠੀ ਕਲਖ ਕਮਾਈ, ਤੇ ਤੂੰ ਜਿਹੜੀ ਪਾਪਾਂ ਦੀ ਕਮਾਈ ਇਕੱਠੀ ਕੀਤੀ। ਕੀਰਤ ਕਾਰਨ ਨਰਨ ਖੁਬਾਈ, ਸਾਰਾ ਸਾਲ ਠੱਗੀਆਂ ਮਾਰਦਾ ਰਿਹਾ ਤੇ ਹੁਣ ਆਪਣੀ ਵਡਿਆਈ ਕਰਾਉਣ ਦਾ ਮਾਰਾ ਇੱਕ ਦਿਨ ਤੂੰ ਭੋਜਨ ਖਵਾਉਣਾ ਲੋਕਾਂ ਨੂੰ। ਕਿੱਕਰ ਬੀਜੋ ਧਰਤ ਮਝਾਰੀ, ਮਹਾਰਾਜ ਕਹਿੰਦੇ ਜੇ ਧਰਤੀ ਵਿੱਚ ਕਿੱਕਰ ਦੇ ਬੀਜ ਕੋਈ ਬੀਜਦਾ ਹੈ, ਉਂਗਲ ਗੋ ਕੰਟਕ ਉਂਗਲ ਉਗਲਹੁ ਕੰਟਕ ਦੇ ਦੁੱਖ ਭਾਰੀ, ਤਾਂ ਉਹ ਫਿਰ ਕਿੱਕਰ ਜਿਹੜੀ ਹੈ ਨਾ ਧਰਤੀ 'ਚ ਬੀਜਿਆਂ ਉਗਲਹੁ ਉਗਦਿਆਂ ਹੀ ਉਹਦੇ ਕੰਡੇ ਬਣਦੇ ਆ ਜਦੋਂ ਵੱਡੀ ਹੁੰਦੀ ਹੈ, ਜਿਹੜੇ ਫਿਰ ਮਲਕ ਭਾਗੋ ਬਹੁਤ ਜ਼ਿਆਦੇ ਦੁੱਖ ਦਿੰਦੇ ਹਨ। ਬਹੁ ਲੱਜਤ ਭਾ ਚਰਨਨ ਪਰਿਓ, ਬਹੁਤ ਸ਼ਰਮਸ਼ਾਰ ਹੋਇਆ। ਮਹਾਰਾਜ ਕਹਿੰਦੇ ਪਾਪਾਂ ਦੀ ਕਮਾਈ ਖੂਨ ਹੈ। ਬਹੁਤ ਉਪਦੇਸ਼ ਦਿੱਤਾ ਵੀ ਜੇ ਦੇਖ ਬਸਤਰਾਂ ਨੂੰ ਖੂਨ ਲੱਗ ਜੇ,
ਸਾਰੇ ਕਹਿੰਦੇ ਪਲੀਤ ਹੋ ਗਿਆ। ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ, ਕਿਸੇ ਦੇ ਲੱਗਿਆ ਭਾਈ ਤਾਰ ਦੇ, ਇਹ ਤਾਂ ਖੂਨ ਲੱਗਿਆ ਹੋਇਆ। ਜੋ ਰਤ ਪੀਵੇ ਮਾਨਸਾ ਸੇਕੋ ਨਿਰਮਲ ਚੀ, ਜਿਹੜੇ ਕਹਿੰਦੇ ਖੂਨ ਪੀ ਜਾਂਦੇ ਆ ਲੋਕਾਂ ਦਾ ਨਿਚੋੜ ਕੇ, ਉਹਨਾਂ ਦਾ ਜਿਹੜਾ ਹਿਰਦਾ ਕਿਵੇਂ ਪਵਿੱਤਰ ਹੋਊ। ਕਿਸੇ ਦੀ ਕਿਰਤ ਦਾ ਹੱਕ ਮਾਰ ਲੈਣਾ, ਆਪ ਦੁਨੀਆ ਦਾ ਇਹੀ ਹੁੰਦਾ। ਉੱਥੋਂ ਸਮਾਨ ਚੱਕ ਲਿਆ, ਉੱਥੋਂ ਚੱਕ ਲਿਆ, ਕਿਸੇ ਦਾ ਕਿੰਨਾ ਆਧਾਰ ਕੇ ਕਿਤੋਂ, ਫਿਰ ਕਿਸੇ ਦਾ ਦੇਣਾ ਨਹੀਂ ਹੈ, ਐਵੇਂ ਚੁੱਪੀ ਕਰ ਜਾਣਾ। ਇਹ ਗੁਰਮੁਖੋ ਕਿਸੇ ਦੇ ਹੱਕ ਸਾਜ ਦੀ ਕਮਾਈ ਹੈ ਤੇ ਉਹ ਖੂਨ ਹੈ ਫਿਰ ਜਿਹੜਾ ਨਾ। ਜੇ ਉਹ ਵੱਧ ਘੱਟ ਕੋਈ ਲਾਉਂਦਾ ਉਹ ਵੀ ਅੱਗੋਂ ਉਹ ਫਿਰ ਸੋਚੇਗਾ। ਇਸ ਕਰਕੇ ਜੋ ਭਲਾ ਤਾਂ ਹੱਕ ਸੱਚ ਦੀ ਕਮਾਈ ਨਾਲ ਹੀ ਹੋਣਾ। ਠੱਗੀਆਂ ਕਰਦੀਆਂ, ਰਿਸ਼ਵਤਾਂ ਲੈ ਲੈ ਕੇ ਇਕੱਠਾ ਕਰੀ ਜਾਣਾ। ਆ ਬੜੇ ਬੜੇ ਲੀਡਰ ਦੇਖ ਲਓ, ਵੱਡੇ ਵੱਡੇ ਅਫਸਰ ਇਕੱਠਾ ਕਰ ਕਰਕੇ, ਇਹ ਹਾਲਾਤ ਕੀ ਹੁੰਦੇ ਆ ਉਹਨਾਂ ਦੇ। ਠੱਗੀਆਂ ਟੋਰੀਆਂ ਗਾਂ ਹੋ ਜੀ ਲਾਦ ਹੋ ਜਾਂਦੀ ਹੈ। ਕਈਆਂ ਨੇ ਵਿਦੇਸ਼ਾਂ 'ਚ ਭੇਜਤੇ ਇਕੱਠਾ ਕਰਕੇ ਲੋਕਾਂ ਦਾ ਖੂਨ ਨਿਚੋੜ ਦਵਾਲ ਲਾਦ, ਤੇ ਉਹ ਉੱਥੇ ਉਹੋ ਜਿਹਾ ਕੁਛ ਕਰੀ ਜਾਂਦੇ ਆ। ਬਾਪ ਪੈਸੇ ਦੀਆਂ ਫੱਕੀਆਂ ਉਡਾਈ ਜਾਂਦੇ ਆ। ਗੱਲ ਤਾਂ ਕੁਛ ਨਹੀਂ ਹੈ, ਐਵੇਂ ਹੀ ਇੱਕ ਮਨ ਦਾ ਹੁੰਦਾ ਵਹਿਮ ਜਿਹਾ, ਮੈਂ ਪਤਾ ਨਹੀਂ ਕਿੰਨਾ ਇਕੱਠਾ ਕਰ ਲਿਆ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ। ਕਿਰਤ ਕਮਾਈ ਵਿੱਚ ਉਹ ਆਪ ਹੀ ਫਿਰ ਵਾਧੇ ਪਾ ਦਿੰਦਾ ਹੈ। ਗੁਰੂ ਮਹਾਰਾਜ ਦੀ ਬਾਣੀ ਪੜ੍ਹਨੀ ਚਾਹੀਦੀ ਹੈ। ਗੁਰੂ ਮਹਾਰਾਜ ਦੇ ਦਰ ਘਰ ਦੀ ਸੇਵਾ ਕਰਨੀ ਚਾਹੀਦੀ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਉਪਦੇਸ਼ ਦਿੱਤਾ, ਸਾਰਾ ਬਹੁ ਲਾਜਤ ਭਾ ਚਰਨਨ ਪਰਿਓ, ਬਹੁਤ ਸ਼ਰਮਸਾਰ ਹੋ ਕੇ ਸਤਿਗੁਰਾਂ ਦੇ ਚਰਨੀ ਪੈ ਗਿਆ। ਸਿੱਖ ਹੋਏ ਬਹੁ ਸੁਜਸ ਚਰਿਓ, ਇਉਂ ਸਿੱਖ ਹੋ ਕੇ ਮਹਾਰਾਜ ਦਾ ਮਲਕ ਭਾਗੋ ਨੇ ਬਹੁਤ ਜਸ ਕਿਹਾ। ਸ੍ਰੀ ਨਾਨਕ ਉੱਠ ਬਾਹਰ ਆਏ, ਸ੍ਰੀ ਗੁਰੂ ਨਾਨਕ ਦੇ ਮਹਾਰਾਜ ਉੱਠ ਕੇ ਹੁਣ ਘਰੋਂ ਉਹਦੇ ਬਾਹਰ ਆ ਗਏ। ਮਨੋ ਗਿਆਨ ਕੋ ਤਰਨ ਸੁਹਾਏ, ਮਨ ਭਾਈ ਗਿਆਨ ਦਾ ਹੀ ਸੂਰਜ ਜਿਹੜਾ ਹੈ ਸੋਭ ਰਿਹਾ। ਆਨ ਸਦਨ ਮਹਿ ਪ੍ਰਭੂ ਬਿਰਾਜੇ, ਆ ਕੇ ਜੋ ਭਾਈ ਲਾਲੋ ਦੇ ਘਰ ਸਤਿਗੁਰੂ ਫਿਰ ਬਿਰਾਜ ਗਏ। ਜਹ ਕੀ ਕਰਨਾ ਯਮ ਦੁੱਖ ਭਾਗੇ, ਜਿਨ੍ਹਾਂ ਦੀ ਕਿਰਪਾ ਨਾਲ ਜਮਾਂ ਦੇ ਦੁੱਖ ਵੀ ਭਾਗੇ ਜਾਂ ਭਾਜੇ ਦੂਰ ਹੋ ਜਾਂਦੇ ਹਨ। ਦੋਹਰਾ ਤਹ ਨਵਾਬ ਕੇ ਗ੍ਰਹਿ ਭਇਓ, ਵਿਆਹ ਬਹੁਰ ਉਤਸ਼ਾਹੀ। ਫਿਰ ਉੱਥੋਂ ਦਾ ਜਿਹੜਾ ਪਠਾਨ ਨਵਾਬ ਸੀ ਏਮਨਾਬਾਦ ਦਾ, ਉਸ ਦੇ ਘਰ ਭਾਈ ਬਹੁਤ ਵਿਆਹ ਕਾਰਜ ਦਾ ਉਤਸ਼ਾਹ ਹੋਇਆ। ਸਭ ਦਿਸ ਤੇ ਆਵਤ ਭਏ, ਬਹੁ ਪਠਾਨਨ ਧਰ ਚਾਹੀ। ਸਾਰੇ ਪਾਸਿਆਂ ਤੋਂ ਜਿਹੜੇ ਪਠਾਨ ਸੀ ਬਹੁਤ ਚਾਹਨਾ ਉਤਸ਼ਾਹ ਧਰ ਕੇ ਵਿਆਹ ਦੇ ਵਿੱਚ ਆਏ ਹਨ। ਚੌਪਈ ਗਾਵਹਿ ਨਾਚੈ ਮਾਚੈ ਰੰਗਾ, ਗਾਉਂਦੇ ਨੱਚਦੇ ਨੇ, ਬੜੇ ਸੋਹਣੇ ਰੰਗ ਮੱਚਦੇ ਆ, ਭਾਵ ਪੂਰੇ ਮੱਛਰਦੇ ਹਨ ਬਹੁਤ। ਮਾਚੈ ਕੀ ਖੁਸ਼ ਹੁੰਦੇ ਐ। ਗਰੀਅਨ ਵਿਖੈ ਕੁਦਾਏ ਤੁਰੰਗਾ, ਘੋੜਿਆਂ ਤੇ ਚੜੇ ਪਠਾਨ ਗਲੀਆਂ ਬਾਜ਼ਾਰਾਂ ਵਿੱਚ ਘੋੜਿਆਂ ਨੂੰ ਛਾਲਾਂ ਮਰਵਾਉਂਦੇ ਫਿਰਦੇ। ਸ੍ਰੀ ਕਰਤਾਰ ਦਿਸ਼ਾ ਤੇ ਭੂਲੇ, ਰੱਬ ਨਹੀਂ ਚੇਤੇ ਹੈ। ਵਿਆਹ 'ਚ ਵੈਸੇ ਕਿਸੇ ਨੂੰ ਵੀ ਨਹੀਂ ਚੇਤੇ ਹੁੰਦਾ, ਕੋਈ ਵਿਰਲਾ ਹੀ ਹੈ, ਨਹੀਂ ਤਾਂ ਉਹਨੂੰ ਕਈ ਦਿਨ ਤਾਂ ਭੁੱਲ ਹੀ ਜਾਂਦੇ ਆ। ਜੇ ਕਹਿਣਗੇ ਵੀ ਰੱਬਾ ਤੂੰ ਥੋੜਾ ਹੁਣ ਦੂਰ ਹੈ, ਜਾਂ ਫਿਰ ਪਹਿਲਾਂ ਕੋਈ ਪਾਠ ਕਰਾ ਦਿੰਦੇ ਆ, ਸਹਿਜ ਪਾਠ ਖੰਡ ਪਾਠ, ਜਾਂ ਹੁਣ ਤਾਂ ਰਿਵਾਜ ਜਿਹਾ ਹੀ ਚੱਲ ਪਿਆ ਮਹਾਰਾਜ ਦੇ ਚਰਨ ਪਵਾਉਣੇ ਆ ਜੀ। ਤੇ ਉਹ ਕਿਉਂਕਿ ਖੇਚਲ ਮੰਨਣ ਲੱਗ ਗਏ ਸਹਿਜ ਪਾਠ ਦੀ ਵੀ ਖੰਡ ਪਾਠ ਦੀ ਵੀ। ਹੁਣ ਤਾਂ ਨਵਾਂ ਕੰਮ ਹੈ, ਇਹ ਬਾਜੀ ਸੁਖਣੀ ਕਰਾਉਣੀ ਹੈ, ਚਰਨ ਪਵਾਉਣੇ ਆ। ਤੇ ਉਹ ਵੀ ਫਿਰ ਉਹ ਮਹਾਰਾਜ ਨੂੰ ਕਹਿੰਦੇ ਚੰਗਾ ਬਈ ਸਤਿ ਸ੍ਰੀ ਅਕਾਲ, ਹੁਣ ਤੇਰਾ ਲਾਂਭਾ ਲਾਤਾ, ਹੁਣ ਸਾਨੂੰ ਆਪਦਾ ਛਾਲਾ ਮਾਰਨ ਦੇ ਸ਼ਰਾਬ ਮੀਟ ਸਭ ਵਰਤਾਂਗੇ ਅਸੀਂ। ਮਹਾਰਾਜ ਨੂੰ ਤੇਰਾ ਵਾਲਾ ਕੰਮ ਵੀ ਕਰਤਾ ਨਾ ਪਹਿਲਾਂ, ਵੀ ਰੱਬਾ ਹੁਣ ਤੂੰ ਖੁਸ਼ ਰਹੀਂ। ਤੇ ਇਉਂ ਗੁਰੂ ਨੂੰ ਗੁਰਮੁਖੋ ਖੁਸ਼ ਕਰਦੇ ਆ, ਲਾਂਭੇ ਲਾਉਂਦੀ ਹੈ ਦੁਨੀਆ। ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਉਹ ਪਠਾਨ ਛਾਲਾਂ ਮਾਰਦੇ ਫਿਰਦੇ ਆ, ਰੱਬ ਚੇਤੇ ਨਹੀਂ। ਸ੍ਰੀ ਕਰਤਾਰ ਦਿਸ਼ਾ ਤੇ ਭੂਲੇ, ਸ੍ਰੀ ਕਰਤਾਰ ਵੱਲੋਂ ਤਾਂ ਭੁੱਲ ਹੀ ਗਏ ਹਨ। ਵਿਸੈ ਵਿਕਾਰਨ ਮੈਂ ਰਹਿ ਝੂਲੇ,
ਵਿਸ਼ੇ ਵਿਕਾਰਾਂ ਵਿੱਚ ਹੀ ਸਾਰੇ ਝੂਲ ਰਹੇ ਨੇ। ਪੀਅਤ ਸ਼ਰਾਬ ਘੂਮਤੇ ਫਿਰੈ, ਸ਼ਰਾਬਾਂ ਪੀ ਕੇ ਘੁੰਮਦੇ ਫਿਰਦੇ ਨੇ। ਦੇ ਗਾਰੀ ਦੀਨਨ ਸੋ ਲਰੈ, ਗਾਲਾਂ ਦਿੰਦੇ ਆ ਹਰੇਕ ਨੂੰ ਪਠਾਨ, ਤੇ ਇਉਂ ਗਰੀਬਾਂ ਨਾਲ ਲੜਦੇ ਹਨ। ਸ੍ਰੀ ਗੁਰ ਇਮਨਾਬਾਦ ਤੇ ਬਾਰਾ, ਸ੍ਰੀ ਗੁਰੂ ਮਹਾਰਾਜ ਇਮਨਾਬਾਦ ਤੋਂ ਬਾਹਰ ਰੋੜਨ ਕਾ ਚੌਤਰਾ ਸੁਧਾਰਾ, ਇੱਕ ਰੋੜਾਂ ਦਾ ਚੌਤਰਾ ਜਿਹਾ ਮਹਾਰਾਜ ਨੇ ਬਣਾਇਆ ਹੈ। ਤਹਿ ਬੈਠ ਬਹੁ ਘਾਲ ਕਲਾਵੇ, ਉੱਥੇ ਬੈਠ ਕੇ ਮਹਾਰਾਜ ਬਹੁਤ ਘਾਲ ਕਮਾਈ ਕਰ ਰਹੇ ਨੇ। ਸੰਤ ਸਾਧ ਦਰਸ਼ਨ ਹਿਤ ਆਵਹਿ, ਸਾਧੂ ਸੰਤ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਉਂਦੇ। ਕਿਤਨੇ ਮਦ ਪਾਨੀ ਤਹਿ ਆਏ, ਕਿੰਨੇ ਹੀ ਭਾਈ ਐਸੇ ਨੇ ਜਿਹੜੇ ਮਦ ਪਾਨੀ, ਜਿਹੜੇ ਸ਼ਰਾਬੀ ਹਨ, ਉਹ ਵੀ ਉਧਰ ਨੂੰ ਆਏ ਗੇੜੇ ਦਿੰਦੇ। ਜਹ ਬੈਠੇ ਸਤਿਗੁਰ ਗਤ ਦਾਏ, ਜਿੱਥੇ ਮੁਕਤੀ ਦਾਤਾ ਸਤਿਗੁਰੂ ਜੀ ਬੈਠੇ ਸਨ। ਕਰ ਬਕਬਾਦ ਬਹੁਰ ਦੇ ਗਾਰੀ, ਬਕਵਾਸ ਕਰਦੇ ਫਿਰਦੇ ਆ, ਬਹੁਤ ਗਾਲਾਂ ਜੀਆਂ ਦਿੰਦੇ ਐ। ਸੰਤਨ ਕੋ ਲਾਤੈ ਬਹੁ ਮਾਰੀ, ਤੇ ਜਿਹੜੇ ਰੱਬ ਦੇ ਪਿਆਰੇ ਸੰਤ ਸੀ ਉਹਨਾਂ ਨੂੰ ਬੜੀਆਂ ਲੱਤਾਂ ਮਾਰੀਆਂ। ਐਵੇਂ ਵੱਡੇ ਸੰਤ ਬਣੇ ਫਿਰਦੇ ਹੋ। ਬਿਨਾ ਅਪਰਾਧ ਸੰਤਨ ਦੁਖ ਦੀਨੋ, ਬਿਨਾਂ ਕਿਸੇ ਕਾਰਨ ਤੋਂ ਹੀ, ਬਿਨਾਂ ਕਿਸੇ ਕਸੂਰ ਤੋਂ ਸੰਤਾਂ ਨੂੰ ਦੁੱਖ ਦਿੱਤਾ। ਸਤਿਗੁਰ ਤਵੈ ਭਵਿੱਖਤ ਚੀਨੋ, ਸਤਿਗੁਰੂ ਪਾਤਸ਼ਾਹ ਨੇ ਫਿਰ ਉਹ ਭਵਿੱਖਤ ਸਮਾਂ ਜਿਹੜਾ ਹੈ ਉਹ ਜਾਣਿਆ। ਹੇ ਲਾਲੋ ਸੰਤਨ ਦੁਖਦਾਈ, ਹੇ ਭਾਈ ਲਾਲੋ ਜਿਹੜੇ ਸੰਤਾਂ ਨੂੰ ਦੁੱਖ ਦੇ ਰਹੇ ਹਨ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਖੋਲ ਕੇ ਪ੍ਰਸੰਗ ਲਿਖਿਆ ਵੀ ਮਹਾਰਾਜ ਇੱਥੋਂ ਚਲੇ ਗਏ ਸੀ, ਫਿਰ ਇਹ ਪਠਾਨ ਜਿਹੜੇ ਸੀ ਬਹੁਤ ਇਹੋ ਜਿਹਾ ਹਾਲ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਪਹਿਲੀ ਉਦਾਸੀ ਤੋਂ ਵਾਪਸ ਆਏ, ਇਹ 5 ਦਿਨ ਭਾਈ ਲਾਲੋ ਦੇ ਘਰ ਰਹੇ। ਰੋੜੀ ਸਾਹਿਬ ਆ ਕੇ ਬੈਠ ਗਏ। ਭਾਈ ਲਾਲੋ ਨੂੰ ਹੋਰ ਗੁਰਮੁਖਾਂ ਸਾਰਿਆਂ ਨੂੰ ਕਿਹਾ, ਰੱਬ ਦੇ ਮੰਨਣ ਵਾਲਿਆਂ ਨੂੰ, ਭਾਈ ਇੱਥੇ ਆ ਜਾਓ ਤੁਸੀਂ। ਕਹਿੰਦੇ ਮਹਾਰਾਜ ਬਾਹਰ ਕਿਉਂ ਸੱਦਦੇ ਹੋ? ਮਹਾਰਾਜ ਕਹਿੰਦੇ ਸਮਾਂ ਹੀ ਐਸਾ ਹੁਣ ਭਿਆਨਕ ਹੈ, ਮੂਹਰੇ ਇਹੋ ਜਿਹਾ ਸਮਾਂ ਆਉਣ ਵਾਲਾ ਹੈ। ਭਾਈ ਲਾਲੋ, ਇਹ ਜਿਹੜੇ ਪਠਾਨ ਨੇ ਰੱਬ ਨੂੰ ਭੁੱਲ ਚੁੱਕੇ ਆ, ਜਿਹੜੇ ਰਾਜ ਕਰਦੇ ਸੀ, ਤਾਂ ਹੁਣ ਜਮਦੂਤ ਬਣ ਕੇ ਮੁਗਲ ਹੀ ਇਹਨਾਂ ਤੇ ਚੜ੍ਹ ਕੇ ਆਉਣਗੇ। ਹੈ ਭਾਵੇਂ ਦੋਵੇਂ ਮੁਸਲਮਾਨ, ਪਰ ਇਹ ਲੋਧੀ ਪਠਾਨ ਸਨ। ਤੇ ਇਹਨਾਂ ਨੇ, ਕਿਉਂਕਿ ਇਹਨਾਂ ਨੂੰ ਕੋਈ ਰੱਬ ਚੇਤੇ ਨਹੀਂ ਹੈ, ਜੇ ਕੋਈ ਸਾਧੂ ਸੰਤ ਪਿੰਡ ਵਿੱਚ ਆ ਜਾਂਦਾ ਸੀ ਨਾ, ਉਹਨੂੰ ਮਸ਼ਕਰੀਆਂ ਕਰਦੇ, ਕੁੱਟਦੇ ਹੁੰਦੇ ਸੀ, ਇਹ ਪਾਇਆ ਤੂੰ। ਤੇ ਕੁਝ ਇਹਨਾਂ ਪਠਾਣਾਂ ਦੇ ਜਿਵੇਂ ਮਲਕ ਭਾਗੋ ਸੀ, ਭਾਵੇਂ ਉਹ ਤੇ ਦੇਖੋ ਸੁਧਰ ਗਿਆ ਮਹਾਰਾਜ ਨੇ ਜਦੋਂ ਉਪਦੇਸ਼ ਦਿੱਤਾ। ਹੋਏ ਜੇ ਕੁਝ ਹੋਰ ਵੀ ਸਨ ਜਿਹੜੇ ਕਿ ਹਿੰਦੂ ਹੋਣ ਦੇ ਬਾਵਜੂਦ ਵੀ ਆਪਣੇ ਹੀ ਭਰਾਵਾਂ ਨੂੰ, ਆਪਣੇ ਸਾਧੂਆਂ ਸੰਤਾਂ ਨੂੰ ਦੁੱਖ ਦਿੰਦੇ ਸੀ, ਕਿਉਂਕਿ ਉਹਨਾਂ ਦੇ ਮੂਹਰੇ ਕੋਈ ਅਫਸਰ ਲੱਗਿਆ ਹੋਇਆ ਸੀ, ਇਸ ਤਰ੍ਹਾਂ ਦੇ ਕਰਮਚਾਰੀ ਬਣੇ। ਉਹ ਵੀ ਫਿਰ ਪਠਾਣਾਂ ਵਰਗੀ ਹੀ ਮੱਤ ਜਿਹੜੀ ਹੈ ਉਹ ਹੋ ਜਾਂਦੀ ਹੈ, ਜਿਵੇਂ ਰਾਜੇ ਸਿੰਘ ਮੁਕੱਦਮ ਕੁੱਤੇ ਬਣ ਜਾਂਦੇ ਹਨ। ਫਿਰ ਉਹ ਕਵੀ ਰਾਜ ਜੀ ਨੇ ਲਿਖਿਆ, ਉਸ ਸਮੇਂ ਇਹ ਉਪਦੇਸ਼ ਦਿੱਤਾ। ਇਹ ਹੁਣ ਸਾਰੀ ਸੰਖੇਪ ਬਾਤ ਮਹਾਰਾਜ ਦੱਸ ਰਹੇ ਆ ਮਹਾਰਾਜ ਦੀ। ਇਹ ਸੰਤ ਰੇਣ ਜੀ ਕਹਿੰਦੇ, ਭਵਿੱਖਤ ਬਚਨ ਜਾਣੇ ਕਹਿਣ ਲੱਗੇ, ਹੇ ਲਾਲੋ ਸੰਤਨ ਦੁਖਦਾਈ, ਹੇ ਭਾਈ ਲਾਲੋ ਜਿਹੜੇ ਸੰਤਾਂ ਨੂੰ ਦੁੱਖ ਦੇਣ ਵਾਲੇ। ਸੋ ਹਮ ਤੇ ਦੇਖਿਓ ਨਹਿ ਜਾਈ, ਇਹ ਸਾਡੇ ਕੋਲੋਂ ਦੇਖਿਆ ਨਹੀਂ ਜਾਂਦਾ। ਜਿਹੜਾ ਰੱਬ ਦੇ ਪਿਆਰਿਆਂ ਨੂੰ ਦੁੱਖ ਦਿੰਦਾ ਹੈ ਨਾ, ਉਹ ਗੁਰਮੁਖੋ ਰੱਬ ਉਹਦੇ ਤੇ ਨਾਰਾਜ਼ ਹੋ ਜਾਂਦਾ ਹੈ, ਉਹਦੇ ਤੇ ਗੁੱਸਾ ਕਰਦਾ ਹੈ। ਤੇ ਇਸ ਤਰ੍ਹਾਂ ਗੁਰਮੁਖ ਜਨ ਕਥਾ ਸੁਣਾਉਂਦੇ ਵੀ ਇੱਕ ਜਿਹੜੀ ਕੋਈ ਵੇਸ਼ਿਆ ਸੀ, ਸੰਤ ਮਹਾਂਪੁਰਸ਼ ਕੋਈ ਲੰਘਦਾ ਹੁੰਦਾ ਸੀ ਗਲੀ ਵਿੱਚ ਦੀ, ਉਹਨੇ ਰੋਜ਼ ਆਉਣਾ ਤੇ ਉਹਦੇ ਆ ਕੇ ਸੰਤ ਦੇ ਕੁਛ ਨਾ ਕੁਛ ਮਾਰਨਾ, ਕਦੇ ਕੋਈ ਧੱਕਾ ਦੇ ਦੇਣਾ, ਕਦੇ ਕੁਛ ਕਰਨਾ। ਬਣਿਆ ਫਿਰਦਾ ਸੰਤ, ਕਿੱਥੇ ਤੇਰਾ ਰੱਬ? ਉਹ ਸੰਤਾਂ ਨੇ ਚੁੱਪ ਕਰ ਜਾਣਾ, ਕੁਛ ਨਾ ਕਹਿਣਾ। ਇੱਕ ਦਿਨ ਦੋਵੇਂ, ਇੱਕ ਉਹਦਾ ਕੋਈ ਅਮੀਰ ਔਰਤ, ਉਹਦਾ ਪਤੀ ਆ ਗਿਆ, ਉਹ ਖੜਾ ਹੈ, ਤੇ ਉਸ ਨੇ ਇਉਂ ਦੇਖਿਆ ਕੋਈ ਕੁਦਰਤੀ ਜਦੋਂ ਉਤਰਨ ਲੱਗੇ, ਉਹ ਐਸਾ ਅੜਕਿਆ ਕਿ ਹੇਠਾਂ ਡਿੱਗਿਆ ਪੌੜੀਆਂ ਤੋਂ, ਉਹਦੀ ਮੌਤ ਹੋ ਗਈ। ਪਿੱਟੇ ਰੋਵੇ,
ਇਹਨਾਂ ਸੰਤਾਂ ਨੇ ਕੀਤਾ, ਉਹ ਇਕੱਠ ਹੋ ਗਿਆ। ਕਹਿੰਦੇ ਭਾਈ ਅਸੀਂ ਤਾਂ ਨਹੀਂ ਕੁਝ ਕਿਹਾ, ਵੀ ਦੇਖ ਜਦੋਂ ਇਹ ਇਸ ਤਰ੍ਹਾਂ ਕੁਝ ਕਰਦਾ ਸੀ, ਇਹ ਰੋਜ਼ ਸਾਨੂੰ ਆ ਕੇ ਟਿੱਚਰ ਮਖੌਲ ਕਰਦੇ, ਆਹ ਕੁਝ ਕਹਿਣਾ, ਤੇ ਜਿਹੜਾ ਹੁਣ ਇਹਦਾ ਪਤੀ ਹੈ, ਇਧਰੋਂ ਵੇ ਸਾਡਾ ਵੀ ਪਤੀ ਹੈ ਪਰਮੇਸ਼ਰ ਵਾਹਿਗੁਰੂ, ਤੇ ਅਸੀਂ ਉਹਦੀਆਂ ਸੁਹਾਗਣਾ, ਤੇ ਉਹ ਜਦੋਂ ਸਾਨੂੰ ਇਹ ਦੁੱਖ ਦਿੰਦੇ, ਉਸ ਨੂੰ ਗੁੱਸਾ ਆ ਗਿਆ, ਉਹਨੇ ਇਹਦਾ ਪਤੀ ਮਾਰਤਾ, ਸਾਡੇ ਪਤੀ ਨੇ, ਸਾਡਾ ਤਾਂ ਇਹਦੇ ਵਿੱਚ ਕੋਈ ਨਹੀਂ ਹੈ ਰੋਲ। ਕਹਿਣ ਦਾ ਭਾਵ ਹੈ ਵੀ ਜਦੋਂ ਕੋਈ ਰੱਬ ਦੇ ਪਿਆਰਿਆਂ ਨੂੰ ਦੁੱਖ ਦਿੰਦਾ, ਉਹ ਵੇਖਦਾ ਵੀ ਸੁਧਰ ਜਾ ਬੰਦਿਆ, ਐਵੇਂ ਹੁਣ ਕਈ ਵੀ ਨਿੰਦਿਆ ਕਰੀ ਜਾਣਗੇ, ਫਲਾਨਾ ਏ ਬਾਬੇ ਉਹ ਹੈ, ਇਹ ਚੱਲ ਤੂੰ ਨਾ ਦੇਖਿਆ ਨਾ ਕਰਿਆ। ਤੇ ਭਾਈ ਜੇ ਤਾਂ ਤੇਰੇ ਸਾਹਮਣੇ ਕੋਈ ਹੈ, ਜਾਂ ਹੋਵੇ ਵੀ ਤੂੰ ਬਹੁਤ ਚੌਥੇ ਪਦ 'ਚ ਪਹੁੰਚ ਗਿਆ, ਫਿਰ ਤਾਂ ਤੂੰ ਦੂਜੇ ਨੂੰ ਨਹੀਂ, ਫਿਰ ਉਹ ਇੱਕ ਦਿਨ ਰੱਬ ਉਹਨੂੰ ਕੋਈ ਪੁੱਠਾ ਜਿਹਾ ਕਰ ਦਿੰਦਾ ਕਿਸੇ ਨਾ ਕਿਸੇ ਪਾਸਿਓਂ, ਤੂੰ ਨਹੀਂ ਹਟਦਾ ਮੇਰੇ ਪਿਆਰਿਆਂ ਨੂੰ। ਕਿਉਂਕਿ ਜੇ ਆਪਾਂ ਕਹੀਏ ਇਹ ਇੱਕ ਵੀ ਕਿਸੇ ਰੱਬ ਦੇ ਪਿਆਰੇ ਦੀ ਨਿੰਦਿਆ ਹੋ ਗਈ ਨਾ, ਨਿੰਦਿਆ ਕਰਦਿਆਂ ਕਰਦਿਆਂ ਕਿਸੇ ਭਲੇ ਪੁਰਸ਼ ਦੇ ਵਿਰੁੱਧ ਬੋਲਿਆ ਗਿਆ, ਫਿਰ ਰੱਬ ਬਖਸ਼ਦਾ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਨਿੰਦਾ ਭਲੀ ਕਿਸੇ ਕੀ ਨਾਹੀਂ। ਮਹਾਰਾਜ ਕਹਿੰਦੇ ਹੈ ਲਾਲੋ ਸੰਤਨ ਦੁਖਦਾਈ, ਸੋ ਹਮ ਤੇ ਦੇਖਿਓ ਨਹਿ ਜਾਈ। ਇਹ ਸਾਡੇ ਕੋਲੋਂ ਦੇਖਿਆ ਨਹੀਂ ਜਾਂਦਾ ਹੈ, ਜਿਹੜਾ ਰੱਬ ਦੇ ਪਿਆਰੇ ਸੰਤਾਂ ਨੂੰ ਇਹ ਲੋਕ ਦੁੱਖ ਦਿੰਦੇ ਨੇ। ਅਸ ਕਹਿ ਤਿਨ ਕੀ ਦਿਸ਼ਾ ਨਿਹਾਰਾ, ਇਸ ਤਰ੍ਹਾਂ ਕਹਿ ਕੇ ਉਹਨਾਂ ਵੱਲ ਨੂੰ ਦੇਖਿਆ, ਤਰਫਨ ਲੱਗੇ ਲਹਿਓ ਦੁੱਖ ਭਾਰਾ। ਉਹ ਜਿਹੜੇ ਸ਼ਰਾਬਾਂ ਪੀ ਕੇ ਸਾਧੂਆਂ ਸੰਤਾਂ ਨੂੰ ਬੰਦਾ ਬੋਲਦੇ, ਲੱਤਾਂ ਜਾਂ ਮਾਰਦੇ ਸੀ, ਤੇ ਉਸੇ ਥਮੇ ਤੜਫਣ ਲੱਗ ਪਏ, ਬਹੁਤ ਜ਼ਿਆਦੇ ਦੁੱਖ ਉਠਾਇਆ। ਸੰਤਨ ਦੁੱਖ ਤੇ ਗੁਰ ਦੁੱਖ ਲੀਨੋ। ਦੇਖੋ ਸੰਤਨ ਜਿਹੜੇ ਆ, ਜਦੋਂ ਸੰਤਾਂ ਨੂੰ ਦੁਖੀ ਵੇਖਿਆ ਤਾਂ ਗੁਰੂ ਨੇ ਆਪਣੇ ਪਿਆਰੇ ਸੰਤਾਂ ਦਾ ਦੁੱਖ ਆਪ ਤੇ ਲਿਆ। ਲਾਲੋ ਸੰਗ ਉਚਾਰਨ ਕੀਨੋ। ਭਾਈ ਲਾਲੋ ਨੂੰ ਦੇ ਸੰਗ ਇਸ ਤਰ੍ਹਾਂ ਭਾਈ ਫਿਰ ਉਚਾਰਨ ਕਹਿਣਾ ਕੀਤਾ, ਸ਼ਬਦ ਸੁਰਾਗ ਤਲੰਗ ਮਝਾਰਾ। ਜੋ ਸ਼ਬਦ ਭਾਈ ਤਲੰਗ ਰਾਗ ਦੇ ਵਿੱਚ ਹੈ, ਗਜਬ ਪਰਿਓ ਦੁਸ਼ਟ ਹੈ ਪਰ ਭਾਰਾ। ਉਹ ਸ਼ਬਦ ਇਹਨਾਂ ਦੁਸ਼ਟਾਂ ਦੇ ਉੱਤੇ ਬਹੁਤ ਗਜਬ ਕਹਿਰ ਬਣ ਕੇ ਹੀ ਗੁਰੂ ਦੇ ਬਚਨ ਜਿਹੜੇ ਹੈ ਉਹ ਪੈ ਗਏ, ਜੋ ਤਲੰਗ ਰਾਗ ਦੇ ਵਿੱਚ ਸਤਿਗੁਰੂ ਜੀ ਉਚਾਰਦੇ ਹਨ। ਤਲੰਗ ਮਹੱਲਾ ਪਹਿਲਾ। ਤਲੰਗ ਰਾਗ ਹੈ, ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਮਹਾਰਾਜ ਕਹਿੰਦੇ ਲਾਲੋ ਕੋਈ ਇਹ ਸਰਾਪ ਨਹੀਂ, ਇਹ ਜਾਣ ਲੈ ਹੈ ਭਾਈ ਲਾਲੋ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਜਿਹੋ ਜੀ ਮੈਨੂੰ ਮਾਲਕ ਅਕਾਲ ਪੁਰਖ ਖਸਮ ਨਿਰਾਕਾਰ ਵੱਲੋਂ ਇਹ ਬਾਣੀ ਆ ਰਹੀ ਹੈ। ਤੈਸੜਾ ਕਰੀ ਗਿਆਨ ਵੇ ਲਾਲੋ, ਕਿ ਜੋ ਸੰਸਾਰ ਵਿੱਚ ਇੱਥੇ ਹੋਣਾ ਹੈ ਉਹ ਤੈਨੂੰ ਗਿਆਨ ਭਾਈ ਲਾਲੋ ਅਸੀਂ ਕਰ ਰਹੇ ਹਾਂ। ਇਉਂ ਸਤਿਗੁਰੂ ਪਾਤਸ਼ਾਹ ਨੇ ਫਿਰ ਇੱਕ ਤਰ੍ਹਾਂ ਦਾ ਬਰਾਤ ਦਾ ਅਲੰਕਾਰ ਲੈ ਕੇ ਕਿਹਾ ਹੈ, ਪਾਪ ਕੀ ਜੰਜ ਲੈ ਕਾਬਲੋ ਹੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਮਹਾਰਾਜ ਕਹਿੰਦੇ ਹੇ ਲਾਲੋ, ਪਾਪ ਦੀ ਜੰਜ ਲੈ ਕਰਕੇ ਇਹ ਹਿੰਦੁਸਤਾਨ ਦੇ ਪਠਾਣਾਂ ਉੱਤੇ ਇਹਨਾਂ ਦੇ ਜਿਹੜੇ ਪਾਪ ਕੀਤੇ ਨੇ, ਇਹ ਪਾਪਾਂ ਦੀ ਜਿਹੜੀ ਜੰਜ ਹੈ ਜਨੇਤ ਲੈ ਕੇ ਹੁਣ ਬਾਬਰ ਰੂਪੀ ਇੱਕ ਲਾੜਾ ਮੁਗਲ ਕਾਬਲ ਦੇ ਵੱਲੋਂ ਚੜਿਆ ਆਉਂਦਾ ਹੈ। ਇਹ ਪਠਾਣਾਂ ਨੇ ਬਹੁਤ ਬਦਸਲੂਕੀਆਂ ਕੀਤੀਆਂ, ਕਿਸੇ ਦੀਆਂ ਧੀਆਂ ਭੈਣਾਂ ਬਹੁਤ ਕੁਝ ਕਰਦੇ ਸੀ। ਇਹ ਕੋਈ ਕਿਸੇ ਦੇ ਧੀ ਭੈਣ ਦੇ ਹਜਾਣੀ ਇਹਨਾਂ ਨੇ ਬੇਪਤ ਕਰਨੀ, ਕੁਕਰਮ ਪਾਪ ਕੀਤੇ, ਬਦਸਲੂਕੀਆਂ ਕੀਤੀਆਂ, ਤੇ ਪ੍ਰਮਾਤਮਾ ਨੇ ਇਹੋ ਜੀ ਵਿਧ ਬਣਾਤੀ। ਇਹ ਦੇਖੋ ਇਹ ਵੀ ਤਾਕਤਵਰ ਨੇ, ਇਹਨਾਂ ਤੇ ਇਹਨਾਂ ਦਾ ਹੀ ਇੱਕ ਤਾਕਤਵਰ ਆਪਸ ਵਿੱਚ ਹੀ ਜੋ ਕਹਿੰਦਾ ਨਾ, ਜੇ ਸਕਤਾ ਸਕਤੇ ਕੋ ਮਾਰੀ ਤਾਂ ਮਨ ਰੋਸ। ਜੇ ਹੁਣ ਕਹਿੰਦੇ ਉਹ ਤਾਂ ਰੱਬ ਤਾਂ ਕਿਸੇ ਨੂੰ ਕਹੇ ਜੇ ਕੋਈ ਤਾਕਤਵਰ ਕਿਸੇ ਕਮਜ਼ੋਰ ਨੂੰ ਨਾਸ਼ ਕਰੇ, ਕਮਜ਼ੋਰ ਨੂੰ ਦੁੱਖ ਦੇਵੇ। ਜਿਵੇਂ ਸਾਧੂ ਸੰਤਾਂ ਨੂੰ ਦੁੱਖ ਦਿੰਦੇ ਸੀ, ਉਦੋਂ ਫਿਰ ਮਹਾਰਾਜ ਨੇ ਕਰਤੇ ਉਲਟੇ। ਤੇ ਜੇ ਹੁਣ ਉਹ ਕਹਿੰਦੇ ਭਾਈ ਦੋਨੇ ਹੀ ਐ, ਸਕਤਾ ਉਹ ਵੀ ਹੈ ਉਧਰੋਂ ਉਹ ਵੀ ਹੈ, ਫਿਰ ਰੱਬ ਕਹਿੰਦਾ ਇਹਨਾਂ ਦਾ ਤਮਾਸ਼ਾ ਵੇਖੋ, ਲੜਨ ਦਿਓ। ਇਸ ਤਰ੍ਹਾਂ ਦੇ ਫਿਰ ਉਹ ਬਾਬਰ ਜਿਹੜਾ ਸੀ
ਇਹਨਾਂ ਪਾਪਾਂ ਦਾ ਫਲ ਦੇਣ ਲਈ ਉਹਨੇ ਬਾਬਰ ਦੀ ਫੌਜ ਨੇ ਰੂਪ ਬਣਾ ਲਿਆ। ਬਾਬਰ ਨੂੰ ਲਾੜਾ ਰੂਪ ਤੇ ਉਹਦੇ ਜਿਹੜੀ ਫੌਜਾਂ ਨੂੰ ਜੰਜ ਰੂਪ ਕਹਿਤਾ। ਜੋਰੀ ਮੰਗੈ ਦਾਨ ਵੇ ਲਾਲੋ। ਇਹ ਬਾਬਰ ਹੁਣ ਜਬਰੀ ਇਹਨਾਂ ਤੋਂ, ਪਠਾਣਾ ਤੋਂ, ਇਹਨਾਂ ਦੀਆਂ ਹੀ ਲੜਕੀਆਂ ਦੇ ਦਾਨ ਜ਼ਬਰਦਸਤੀ ਮੰਗੇਗਾ, ਖੋਹੇਗਾ ਤੇ ਨਾਲ ਇਹਨਾਂ ਨੂੰ ਦਾਨ ਡੰਨ ਵੀ ਲਾਵੇਗਾ। ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਹੇ ਭਾਈ ਲਾਲੋ, ਦੇਖ ਇਹੋ ਜੀ ਜੰਗ ਹੋਣੀ ਹੈ ਇੱਥੇ, ਤਾਂ ਤੁਹਾਨੂੰ ਅਸੀਂ ਬਾਹਰ ਸੱਦਿਆ ਕਿ ਇਸ ਜੰਗ ਦੇ ਵਿੱਚ ਸ਼ਰਮ ਧਰਮ ਦੋਏ ਛੱਪ ਖਲੋਏ। ਜਿਹੜਾ ਸ਼ਰਮ ਲੱਜਾ ਧਰਮ ਦੋਵੇਂ ਲੁਕ ਕੇ ਖੜ ਗਏ। ਕੂੜ ਫਿਰੈ ਪ੍ਰਧਾਨ ਵੇ ਲਾਲੋ, ਜਿਹੜਾ ਝੂਠ ਹੈ ਉਹ ਸਾਰੇ ਪਾਸੇ ਪ੍ਰਧਾਨ ਹੋਇਆ ਫਿਰਦਾ ਹੈ। ਸਮਾਂ ਆਉਣਾ ਹੈ ਆਪਣੀਆਂ ਜਾਨਾਂ ਬਚਾਉਣ ਵਾਸਤੇ ਝੂਠ ਵੀ ਬੋਲਣਗੇ, ਇਹ ਸਭ ਕੁਝ ਕਰਨਗੇ। ਇਸ ਤਰ੍ਹਾਂ ਦੇ ਹਾਲਾਤ ਨੇ। ਇਹਨਾਂ ਅੰਦਰ ਕੋਈ ਧਰਮ ਜਿਹੜਾ ਹੈ ਕਰਮ ਨਹੀਂ, ਸ਼ਰਮ ਨਹੀਂ। ਕੂੜ ਇਹਨਾਂ ਦੇ ਸਿਰ ਚੜ ਕੇ ਬੋਲਦਾ ਹੈ। ਕਾਜੀਆ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਕਾਜੀਆਂ ਬਾਹਮਣਾ ਕੀ ਗੱਲ ਥੱਕੀ। ਭਾਈ ਲਾਲੋ, ਇਹ ਮੁਸਲਮਾਨਾਂ ਦੇ ਕਾਜੀ, ਹਿੰਦੂਆਂ ਦੇ ਬ੍ਰਾਹਮਣ, ਇਹਨਾਂ ਦੀਆਂ ਵੀ ਗੱਲਾਂ ਮੁੱਕ ਜਾਣੀਆਂ। ਇਹ ਹੁਣ ਕਹਿੰਦੇ ਕੋਈ ਨਾ ਕਾਜੀਆਂ ਦੀ ਸੁਣਨੀ, ਨਾ ਬ੍ਰਾਹਮਣਾਂ ਦੇ ਉਪਦੇਸ਼ ਸੁਣਨਗੇ। ਉਹ ਅਗਦ ਪੜ੍ਹੈ, ਹੁਣ ਤਾਂ ਸ਼ੈਤਾਨ ਜਿਹੜਾ ਹੈ ਉਹ ਅਗਦ ਪੜੂਗਾ। ਕਾਮਦੇਵੀ ਇਹਨਾਂ ਦੇ ਵਿਆਹ ਪੜੇਗਾ। ਮਹਾਰਾਜ ਜੀ ਕਹਿੰਦੇ ਕੋਈ ਨਹੀਂ ਇੱਥੇ ਕਿਸੇ ਕਾਜੀਆਂ ਨੂੰ ਨਹੀਂ ਕਹਿਣਾ ਆਓ ਜੀ ਨਿਕਾਹ ਪੜ੍ਹ ਲਓ, ਕਿਸੇ ਨੇ ਬ੍ਰਾਹਮਣ ਨੂੰ ਨਹੀਂ ਕਹਿਣਾ ਆਜੋ ਫੇਰੇ ਕਰਾ ਦਿਓ। ਐਸੀ ਲੁੱਟ ਮਚਣੀ ਹੈ, ਜ਼ਬਰਦਸਤੀਆਂ ਹੋਣੀਆਂ। ਜਿਹੜੇ ਪਾਪ ਕਰਦੇ ਨੇ ਇਹਨਾਂ ਦੀਆਂ ਇਸਤਰੀਆਂ ਨਾਲ ਵੀ ਇਹਨਾਂ ਦੇ ਜਾਤ ਸਤ ਧਰਮ ਨਸ਼ਟ ਹੋ ਜਾਣੇ ਆ, ਕਿਉਂਕਿ ਇਹ ਸਾਰਾ ਕੁਝ ਜਿਹੋ ਜਿਹਾ ਬੀਜਿਆ ਉਹੇ ਜਿਹਾ ਵੱਢਣਾ ਪੈਣਾ ਹੈ। ਮੁਸਲਮਾਨੀਆਂ ਪੜ੍ਹੈ ਕਤੇਬਾ, ਕਸ਼ਟ ਮੈਂ ਕਰਹਿ ਖੁਦਾਏ ਵੇ ਲਾਲੋ। ਮਹਾਰਾਜ ਕਹਿੰਦੇ ਇਹੋ ਜਿਹਾ ਹਾਲ ਹੋਣਾ ਹੈ ਭਾਈ ਲਾਲੋ। ਮੁਸਲਮਾਨੀਆਂ ਜਿਹੜੀਆਂ ਮੁਸਲਮਾਨਾਂ ਦੀਆਂ ਘਰ ਵਾਲੀਆਂ ਨੇ ਕਤੇਬ ਆਦਿਕ ਗ੍ਰੰਥ ਪੁਸਤਕਾਂ ਪੜ੍ਹਦੀਆਂ, ਹੁਣ ਇਹ ਦੁੱਖ ਦੇ ਸਮੇਂ ਵਿੱਚ ਖੁਦਾ ਕਸ਼ਟ ਮੈਂ ਕਰਹਿ ਖੁਦਾਏ ਵੇ ਲਾਲੋ, ਖੁਦਾ ਦਾ ਨਾਮ ਵੀ ਲੈਣਗੀਆਂ, ਖੁਦਾ ਦੇ ਵਾਸਤੇ ਵੀ ਪਾਉਣਗੀਆਂ ਕਿ ਸਾਨੂੰ ਛੱਡ ਦੇਵੋ। ਜਾਤ ਸਨਾਤੀਆ ਹੋਰ ਹਿੰਦਵਾਣੀਆ, ਇਹ ਭੀ ਲੇਖੈ ਲਾਏ ਵੇ ਲਾਲੋ। ਹੇ ਭਾਈ ਲਾਲੋ, ਜਿਹੜੀਆਂ ਉੱਚੀ ਸਨਾਤੀ ਜਾਤ, ਸਨਾਤੀ ਉੱਚੀ ਜਾਤੀ, ਨੀਵੀਂ ਜਾਤਾਂ ਦੀਆਂ ਹੋਰ ਜਿਹੜੀਆਂ ਹਿੰਦਵਾਣੀਆਂ ਹਿੰਦੂਆਂ ਦੀਆਂ ਇਸਤਰੀਆਂ ਨੇ ਜਿਹੜੇ ਇਹਨਾਂ ਨਾਲ ਰਲੇ ਹੋਏ ਆ, ਇਹ ਭੀ ਲੇਖੈ ਲਾਏ ਵੇ ਲਾਲੋ। ਇਹ ਵੀ ਮਹਾਰਾਜ ਕਹਿੰਦੇ ਐਸਾ ਜੰਗ ਹੋਣਾ, ਉਹ ਜੰਗ ਦੇ ਲੇਖੇ ਲੱਗ ਜਾਣੀਆਂ। ਬੇਪਤੀਆਂ ਉਹਨਾਂ ਦੀਆਂ ਵੀ ਵਿੱਚੇ ਹੋਣੀਆਂ ਹਨ। ਖੂਨ ਕੇ ਸੋਹਲੇ ਗਾਵੀਐ ਹੈ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਗੁਰੂ ਪਾਤਸ਼ਾਹ ਕਹਿੰਦੇ ਹੈ ਲਾਲੋ, ਜਿਵੇਂ ਵਿਆਹ ਦੇ ਵਿੱਚ ਖੁਸ਼ੀ ਦੇ ਸੋਹਲੇ ਗਾਉਂਦੇ ਆ ਨਾ, ਤੇ ਹੋਰ ਕੇਸਰ ਵਗੈਰਾ ਛਿੜਕਦੇ ਨੇ, ਇੱਥੇ ਜੰਗ ਹੋਣੀ ਹੈ। ਇੱਥੇ ਖੂਨ ਦੇ ਸੋਹਲੇ, ਖੂਨ ਦੇ ਗੀਤ ਹੀ ਗਾਏ ਜਾਣੇ। ਘਾਵ ਹਰ ਘਰ ਦੇ ਵਿੱਚ ਮਾਰਤੇ ਫੜ ਲੋ, ਲੁੱਟ ਲੋ, ਇਹੀ ਕੁਛ ਹੋਣਾ ਹੈ। ਮਾਰੋ ਮਾਰ ਦੀਆਂ ਆਵਾਜ਼ਾਂ ਹੋਣਗੀਆਂ, ਸੋਹਲੇ ਗਾਏ ਜਾਣਗੇ। ਇਉਂ ਰਤ ਕਾ ਕੁੰਗੂ ਪਾਏ ਵੇ ਲਾਲੋ, ਜਿਹੜਾ ਖੂਨ ਦਾ ਹੀ ਕੇਸਰ ਹੈ ਉਹੀ ਛਿੜਕਾ ਜਾਣਾ, ਭਾਵ ਸਭ ਦੇ ਤਨ ਖੂਨ ਨਾਲ ਲਿਬੜ ਜਾਣੇ ਆ। ਇਹੋ ਜਿਹੇ ਜਿਹੜੇ ਆ ਹਾਲਾਤ ਭਾਈ ਲਾਲੋ ਇੱਥੇ ਹੋਣੇ ਹਨ। ਇਸ ਕਰਕੇ ਤੁਹਾਨੂੰ ਸੱਦਿਆ ਹੈ ਚੌਪਈ। ਅੱਗੇ ਸੰਤ ਰੇਣ ਜੀ ਦੱਸਦੇ ਨੇ, ਸੁਣ ਲਾਲੋ ਬਹੁ ਭੈ ਕੋ ਧਾਰੀ। ਸੁਣ ਕੇ ਭਾਈ ਲਾਲੋ ਬਹੁ ਡਰ ਧਾਰਿਆ ਹੈ। ਪੁਨ ਬੂਝਨ ਹਿਤ ਗਿਰਾ ਉਚਾਰੀ। ਫਿਰ ਪੁੱਛਣ ਵਾਸਤੇ ਬੇਨਤੀ ਕੀਤੀ, ਬਚਨ ਰਾਵਰੇ ਮੁਗਲੇ ਆਈ। ਮਹਾਰਾਜ ਤੁਹਾਡੇ ਬਚਨਾਂ ਨਾਲ ਹੀ ਮੁਗਲ ਜਿਹੜੇ ਆ ਇਹ ਆ ਜਾਣਗੇ। ਜੀਤ ਪਠਾਨਨ ਫੇਰ ਦੁਹਾਈ, ਪਠਾਣਾਂ ਦੀ ਜਿੱਤ ਫੇਰਨਗੇ, ਦੁਹਾਈ ਫੇਰ ਦੇਣਗੇ। ਕਬ ਲੋ ਰਾਜ ਕਰੈ ਜਗ ਮਾਹੀ, ਕਦੋਂ ਤੱਕ ਫਿਰ ਉਹ ਜਗਤ ਵਿੱਚ ਰਾਜ ਕਰਨਗੇ। ਪੁਨ ਅਵਨੀ ਤੇ ਸੋ ਕਬ ਜਾਹੀ, ਫਿਰ ਇਹ ਧਰਤੀ ਤੋਂ ਮੁਗਲ ਜਾਣਗੇ ਕਦੋਂ। ਸੁਣ ਲਾਲੋ ਤੇ ਸ਼ਬਦ ਉਚਾਰਾ, ਫਿਰ ਲਾਲੋ ਤੋਂ ਸੁਣ ਕੇ ਅੱਗੇ ਸ਼ਬਦ ਉਚਾਰਿਆ।
ਭਾਵਿਖਤ ਕਾਜੇ ਵਰਤਾਰਾ। ਜੋ ਭਾਈ ਭਵਿੱਖ ਦਾ ਹੀ ਇਹ ਵਰਤਾਰਾ ਹੈ। ਸ੍ਰੀ ਮੁਖ ਵਾਕ ਸ਼ਬਦ। ਅੱਗੇ ਫਿਰ ਉਹ ਅਗਲਾ ਸ਼ਬਦ ਦਾ ਜਿਹੜਾ ਪਦਾ ਹੈ ਉਹ ਉਚਾਰਨ ਕੀਤਾ ਹੈ। ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੋਲਾ। ਗੁਰੂ ਮਹਾਰਾਜ ਕਹਿੰਦੇ ਲਾਲੋ ਇਹ ਕੋਈ ਆਪਣੇ ਵੱਲੋਂ ਕਠਨ ਸ਼ਬਦ ਸਖਤ ਨਹੀਂ ਕਹਿੰਦੇ, ਮਾਲਕ ਦੇ ਹੀ ਗੁਣਾਂ ਨੂੰ ਗਾ ਰਹੇ ਆ। ਏਮਨਾਬਾਦ ਦੀ ਇਹ ਪੁਰੀ ਹੈ ਜਿਹੜੀ ਇਹਦੇ ਵਿੱਚ ਮਾਸ ਹੀ ਮਾਸ ਹੋਣਾ, ਮਾਸਪੁਰੀ ਵਿੱਚ ਆਖ ਮਸੋਲਾ। ਅਸੀਂ ਤੇ ਇਹ ਵਿਚਾਰ ਮਾਸਪੁਰੀ ਦੇ ਵਿੱਚ, ਕਿਉਂਕਿ ਹੁਣ ਮਾਸ ਦੀ ਹੀ ਪੁਰੀ ਬਣ ਜਾਣੀ ਹੈ ਏਮਨਾਬਾਦ। ਇਹ ਬਚਨ ਕਹੇ ਹਨ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਅਕੇਲਾ। ਤੇ ਜਿਹਨੇ ਆ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਜਿਹਨੇ ਸ੍ਰਿਸ਼ਟੀ ਜਿਹੜੀ ਹੈ ਇਹ ਬਣਾਈ ਹੋਈ ਹੈ। ਬੈਠਾ ਵੇਖੈ ਵਖ ਅਕੇਲਾ, ਉਹ ਪਾਸੇ ਬੈਠ ਕੇ ਵੱਖਰਾ ਬੈਠ ਕੇ ਨਾ ਇਹ ਸਾਰੀ ਰਚਨਾ ਨੂੰ ਆਪ ਹੀ ਵੇਖਦਾ, ਇੱਥੇ ਕੌਣ ਪਾਪ ਕਰਦਾ ਕੌਣ ਪੁੰਨ ਕਰਦਾ ਹੈ। ਸੱਚਾ ਸੋ ਸਾਹਿਬ ਸੱਚ ਤਪਾਪਸ, ਸੱਚੜਾ ਨਿਆਉ ਕਰੇਗ ਮਸੋਲਾ। ਉਹ ਪਰਮੇਸ਼ਰ ਮਾਲਕ ਮਹਾਰਾਜ ਕਹਿੰਦੇ ਲਾਲੋ ਵਾਹਿਗੁਰੂ ਸੱਚਾ ਹੈ, ਸੱਚ ਤਪਾਵਸ, ਤੇ ਉਹਦਾ ਤਪਾਵਸ ਉਹਦਾ ਇਨਸਾਫ ਵੀ ਸੱਚਾ ਹੈ। ਸੱਚੜਾ ਨਿਆਉ, ਤੇ ਹੁਣ ਵੀ ਉਹਦਾ ਜਿਹੜਾ ਇਨਸਾਫ ਸੱਚਾ ਹੈ, ਤੇ ਅੱਗੇ ਵੀ ਹੋ ਜੋ ਹੋਣਾ ਸੱਚੜਾ ਨਿਆਉ ਕਰੇਗ ਮਸੋਲਾ। ਉਹ ਮਸੋਲਾ ਕਹੀਏ ਧਰਮ ਦੀ ਗੱਲ, ਉਹ ਅੱਗੇ ਵੀ ਸੱਚਾ ਨਿਆਂ ਹੀ ਕਰੂਏ। ਤੈਨੂੰ ਧਰਮ ਦੀ ਗੱਲ ਦੱਸੀ ਹੈ, ਸੱਚੇ ਨਿਆਂ ਦਾ ਹੀ ਵਾਕ ਕਰੇਗਾ, ਸੱਚੇ ਨਿਆਂ ਦਾ ਹੀ ਸਾਰਾ ਭਾਵ ਪਾਪੀਆਂ ਨੂੰ ਫਲਵਰ ਦੇਵੇਗਾ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਕਾਇਆ ਕੱਪੜ, ਇਹ ਜਿਹੜਾ ਸਰੀਰ ਹੈ ਨਾ, ਇਹ ਸਰੀਰ ਰੂਪੀ ਕੱਪੜਾ ਟੁਕ ਟੁਕ ਹੋਸੀ, ਇੱਥੇ ਇਹੋ ਜਿਹਾ ਹਾਲ ਹੋਣਾ ਟੁਕੜੇ ਟੁਕੜੇ ਹੋ ਜਾਣਾ। ਹਿੰਦੁਸਤਾਨ ਸੰਭਾਲ ਸੀ ਬੋਲਾ, ਇਹ ਹਿੰਦੁਸਤਾਨ ਦੇ ਲੋਕ ਸਾਡੇ ਬਚਨਾਂ ਨੂੰ ਫੇਰ ਸੰਭਾਲਣਗੇ, ਭਾਵ ਯਾਦ ਕਰਨਗੇ ਕਿ ਅੱਜ ਜੋ ਅਸੀਂ ਤੈਨੂੰ ਇਹ ਬਚਨ ਕਹਿ ਰਹੇ ਹਾਂ ਨਾ, ਇਹ ਯਾਦ ਕਰਨਗੇ। ਸਤਿਗੁਰਾਂ ਨੇ ਪਹਿਲਾਂ ਹੀ ਕਿਹਾ ਸੀ, ਆਵਨ 78 ਜਾਨ 97, ਹੋਰ ਭੀ ਉੱਠ ਸੀ ਮਰਦ ਕਾ ਚੇਲਾ। ਭਾਈ ਲਾਲੋ ਮੁਗਲ ਆਉਣਗੇ ਕਦੋਂ? 1578 ਬਿਕਰਮੀ ਸੰਮਤ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਬਿਕਰਮੀ ਸੰਮਤ ਮਹਾਰਾਜ ਨੇ ਦਿੱਤਾ ਹੈ। ਹੁਣ ਤਾਂ ਬਿਕਰਮੀ ਸੰਮਤ ਦੀ ਤਰੀਕ ਤਾਂ ਜੀ ਬਾਹਮਣਾਂ ਦਾ ਬਣਾਇਆ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਫਿਰ ਇਹ ਤਰੀਕ ਦੇਤੀ ਗੁਰੂ ਪਾਤਸ਼ਾਹ ਮਹਾਰਾਜ ਨੇ। ਮੁਗਲ 1578 ਵਿੱਚ ਆਉਣਗੇ ਔਰ ਫਿਰ 1597 ਵਿੱਚ ਜਾਣਗੇ। ਫਿਰ ਕਹਿੰਦੇ ਹੋਰ ਭੀੜ ਸੀ ਮਰਦ, ਕਹਿੰਦਾ ਪਠਾਣਾ ਵਿੱਚੋਂ ਇੱਕ ਸ਼ੇਰ ਸ਼ਾਹ ਸੂਰੀ ਉੱਠੂ ਮਰਦ ਦਾ ਚੇਲਾ। ਇਸੇ ਤਰ੍ਹਾਂ ਜਿਹੜਾ ਬਾਬਰ ਆਇਆ 1500 ਗੁਰਮੁਖੋ 78, ਤੇ ਬਾਬਰ ਨੇ ਫਿਰ ਹੌਲੀ ਹੌਲੀ 62 ਦੇ ਵਿੱਚ ਕਾਬਲ ਤੇ ਕਬਜ਼ਾ ਕੀਤਾ ਤੇ ਹਮਲੇ ਕਰਦਾ ਰਿਹਾ। 1578 ਚ ਉਹਨੇ ਇਹ ਏਮਨਾਬਾਦ ਸੈਦਪੁਰ ਫਤਿਹ ਕੀਤਾ, ਪਠਾਨ ਕਤਲ ਕੀਤੇ। ਸਮਾਂ ਪਿਆ ਹੌਲੀ ਹੌਲੀ ਲੋਧੀਆਂ ਦੀ ਪ੍ਰੇਰਨਾ ਨਾਲ ਤੇ ਦਿੱਲੀ ਤੇ ਵੀ ਚੜ੍ਹਾਈ ਸਾਰੇ ਕਰਦਾ ਹੋਇਆ। ਫਿਰ 97 ਦੇ ਵਿੱਚ ਇਹ ਜਿਹੜਾ ਸੀਗਾ ਇਹਦਾ ਪੁੱਤਰ, ਉਹ ਉਸ ਸਮੇਂ ਰਾਜਗੱਦੀ ਤੇ ਸੀ, ਹਮਾਊਂ ਬਾਦਸ਼ਾਹ, ਤੇ ਉਹ 97 ਵਿੱਚ ਉਹਨੂੰ ਹਿੰਦੁਸਤਾਨ ਚੋਂ ਜਿਹੜਾ ਹੈ ਸ਼ੇਰ ਸ਼ਾਹ ਸੂਰੀ ਨੇ ਕੱਢ ਦਿੱਤਾ ਸੀ। ਉਹ ਬਚਨ ਜਿਹੜੇ ਭਵਿੱਖਤ ਮਹਾਰਾਜ ਨੇ ਕਹੇ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਮਹਾਰਾਜ ਕਹਿੰਦੇ ਅਸੀਂ ਇਹ ਸੱਚੇ ਵਾਹਿਗੁਰੂ ਦੇ ਬ੍ਰਹਮ ਦੇ ਹੁਕਮ ਨੂੰ, ਉਹਦੀ ਬਾਣੀ ਨੂੰ ਹੀ ਆਖਿਆ ਹੈ, ਸੁਣਾਇਆ ਹੈ। ਇਹ ਸੱਚ ਅਸੀਂ ਮਹਾਰਾਜ ਕਹਿੰਦੇ ਭਾਈ ਸੱਚੇ ਸਮੇਂ ਤੇ ਸੱਚ ਕੀ ਬੇਲਾ, ਇਹ ਸੱਚੇ ਉਸ ਸਿਫਤ ਸਲਾਹ ਦਾ ਵੇਲਾ ਹੈ। ਇਹ ਅਸੀਂ ਭਾਈ ਸੱਚਾ ਤੁਹਾਨੂੰ ਬਚਨ ਸੁਣਾਇਆ ਹੈ, ਸੱਚ ਕੀ ਬਾਣੀ ਆਖੀ ਹੈ। ਚੌਪਈ ਸੰਤ ਦੁਖੇ ਕੋ ਦੁਖ ਆਸ ਪਾਇਓ। ਅੱਗੇ ਬਚਨ ਸੰਤ ਰੇਣ ਜੀ ਕਹਿੰਦੇ ਮਹਾਰਾਜ ਨੇ ਕਿਹਾ ਵੀ ਸੰਤਾਂ ਨੂੰ ਦੁਖੀ ਕੀਤਾ ਲਾਲੋ, ਅਸੀਂ ਤਾਂ ਇਹ ਦੁੱਖ ਪਾਇਆ। ਆਸਾ ਸ਼ਬਦ ਜੁਗਲ ਗੁਰ ਗਾਇਓ। ਤੋ ਆਸਾ ਰਾਗ ਦੇ ਵਿੱਚ ਵੀ 2 ਸ਼ਬਦ ਜਿਹੜੇ ਆ ਉਹ ਮਹਾਰਾਜ ਨੇ
ਉਚਾਰਨ ਕੀਤੇ ਹਨ। ਜੁਗਲ ਕੇ 2 ਸ਼ਬਦ ਗਾਏ ਹਨ। ਸਤਿਗੁਰ ਬੋਲੇ ਸਹਿਜ ਸੁਭਾਏ। ਭਾਈ ਕਵੀ ਸੰਤ ਰੇਣ ਜੀ ਕਹਿੰਦੇ ਸਤਿਗੁਰੂ ਦਾ ਸਹਿਜ ਸੁਭਾਅ ਕੀਤਾ ਹੋਇਆ ਬਚਨ ਬੋਲ ਗੁਰਨ ਬਿਰਥੋ ਨਹਿ ਜਾਏ। ਇਹ ਗੁਰਾਂ ਦੇ ਬੋਲੇ ਹੋਏ ਬੋਲ ਜਿਹੜੇ ਆ ਵਿਅਰਥ ਨਹੀਂ ਜਾਂਦੇ। ਗੁਰੂ ਦਾ ਬਚਨ ਗੁਰਮੁਖੋ ਕਦੇ ਵਿਅਰਥ ਨਹੀਂ ਜਾਂਦਾ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਪ੍ਰਥਮ ਮਹੱਲੇ ਪਹਿਲੇ ਮਹੱਲੇ ਵਿੱਚ ਗੁਰਪੁਰ ਪ੍ਰਕਾਸ਼ ਗ੍ਰੰਥ ਦੇ ਵਿੱਚ ਮਲਕ ਭਾਗੋ ਏਮਨਾਬਾਦ ਪ੍ਰਸੰਗ ਵਰਣਨ। ਇਹ ਮਲਕ ਭਾਗੋ ਤੇ ਏਮਨਾਬਾਦ ਦਾ ਜਿਹੜਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਤ੍ਰੈਬਿੰਸਤ ਮੰਦਰ ਹੈ। ਇਹ ਜਿਹੜਾ ਹੈ ਤ੍ਰੈਬਿੰਸਤ ਭਾਵ 23ਵਾਂ ਮੰਦਰ ਹੈ। 23ਵੇਂ ਘਰ ਦਾ ਪ੍ਰਸੰਗ ਹੈ। ਆਓ ਟਾਈਮ ਹੋ ਗਿਆ ਸਮਾਪਤੀ ਦਾ। ਕੱਲ ਅੱਗੇ 24ਵੇਂ ਘਰ ਦਾ ਪ੍ਰਸੰਗ ਪੜ੍ਹਾਂ ਸੁਣਾਂਗੇ। ਭੁੱਲ ਚੁੱਕ ਦੀ ਖੇਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।